ਕਾਂਚੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਜੈ ਗੁਰਦੇਵ, ਜੈ ਭੀਮ। ਜੈ ਭੀਮ। ਅੱਜ ਉਸ ਖਾਸ ਸ਼ਖਸੀਅਤ ਨੂੰ ਰੂਬਰੂ ਕਰਨ ਜਾ ਰਹੇ ਹਾਂ ਜਿਨ੍ਹਾਂ ਦੇ ਜੀਵਨ ਤੋਂ ਇੱਕ ਜਾਂਚ ਮਿਲੇਗੀ, ਇੱਕ ਰਸਤਾ ਮਿਲੇਗਾ, ਇੱਕ ਸੰਦੇਸ਼ ਮਿਲੇਗਾ, ਇੱਕ ਸਾਡੇ ਲਈ ਨਵੀਂ ਦਿਸ਼ਾ ਮਿਲੇਗੀ। ਜੇ ਅੱਜ ਗੱਲ ਕਰਦੇ ਹਾਂ ਕਿ ਨੌਜਵਾਨ ਪੀੜ੍ਹੀ ਉਹ ਸੋਚ ਕੇ ਬੇਹੱਦ ਪਾਗਲ ਹੈ ਕਿ ਸਾਨੂੰ ਕੋਈ ਰਸਤਾ ਨਹੀਂ ਮਿਲਦਾ। ਮੈਨੂੰ ਉਮੀਦ ਹੈ ਕਿ ਇਦਾਂ ਦੀ ਸ਼ਖਸੀਅਤ ਅੱਜ ਮੈਂ ਰੂਬਰੂ ਕਰਨ ਜਾ ਰਿਹਾ ਹਾਂ ਜਿਹਦੇ ਨਾਲ ਬਹੁਤ ਸਾਰੀ ਨੌਜਵਾਨ ਪੀੜ੍ਹੀ ਤੇ ਸਾਡੇ ਸਮਾਜ ਦੇ ਭੁਲੇਖੇ ਦੂਰ ਹੋਣਗੇ ਕਿ ਕਿਵੇਂ ਦਾ ਜੀਵਨ ਗੁਜ਼ਾਰ ਕੇ ਇਸ ਮੁਕਾਮ ਤੇ ਪਹੁੰਚੇ ਨੇ। ਜੇ ਗੱਲ ਕਹਿ ਲਈਏ ਕਿ ਸੀਰੀ ਤੋਂ ਲੈ ਕੇ ਬਜ਼ੁਰਗਾਂ ਦੇ ਹੁੰਦੇ ਜੱਜਾਂ ਤੱਕ ਦਾ ਜਿਹੜਾ ਸਫ਼ਰ ਹੈ, ਤੇ ਜੇ ਇਹ ਵੀ ਗੱਲ ਕਹਿ ਲਈਏ ਕਿ ਜਿਨ੍ਹਾਂ ਸਾਡੇ ਬਜ਼ੁਰਗਾਂ ਨੂੰ ਕਦੀ ਪੰਚਾਇਤ ਦੇ ਵਿੱਚ ਬੈਠਣ ਦੇ ਅਧਿਕਾਰ ਨਹੀਂ ਸੀ ਜਾਂ ਬੈਠਣ ਨਹੀਂ ਦਿੱਤਾ ਜਾਂਦਾ ਸੀ, ਉਹਨਾਂ ਦੇ ਅੱਜ ਪੁੱਤ ਪੋਤਰੇ ਜੱਜ ਬਣ ਕੇ ਕੋਰਟਾਂ ਦੇ ਵਿੱਚ ਹੁਕਮ ਸੁਣਾ ਰਹੇ ਨੇ। ਵੱਡੇ ਮਾਣ ਵਾਲੀ ਗੱਲ ਹੈ। ਤੇ ਮੇਰੀ ਮੁਰਾਦ ਹੈ ਐਡਵੋਕੇਟ ਤੇ ਲੇਖਕ SL ਵਿਰਦੀ ਸਾਹਿਬ। ਆਪਾਂ ਸਵਾਗਤ ਕਰਦੇ ਜੀ। ਜੈ ਭੀਮ ਵਿਰਦੀ ਸਾਹਿਬ। ਜੈ ਭੀਮ ਜੀ। ਸਭ ਠੀਕ ਠਾਕ ਹੋ ਜੀ? ਹਾਂ ਠੀਕ ਹੈ ਜੀ। ਜਦੋਂ ਤੁਹਾਡੇ ਦਰਸ਼ਨ ਕਰਦੇ ਤਾਂ ਇਦਾਂ એનર્ਜੀ ਮਿਲਦੀ ਆ ਬਈ ਥੈਂਕ ਯੂ ਜੀ। ਸਾਡਾ ਸਮਾਜ ਜਿਹੜਾ ਆ ਉਹ ਕੀ ਨਹੀਂ ਕਰ ਸਕਦਾ। ਹਾਂਜੀ। ਤੇ ਮੈਨੂੰ ਅੱਜ ਦੀ ਇੰਟਰਵਿਊ ਤੋਂ ਵੀ ਤੁਹਾਡੇ ਵਿਚਾਰ ਵਾਰਤਾਲਾਪ ਤੋਂ ਵੀ ਇਦਾਂ ਲੱਗੇਗਾ ਕਿ ਬਹੁਤ ਸਾਰੇ ਸਾਡੇ ਦਰਸ਼ਕ ਜਿਹੜੇ ਆ ਬਹੁਤ ਕੁਝ ਸਿੱਖਣਗੇ, ਪ੍ਰੇਰਨਾ ਲੈਣਗੇ ਔਰ ਇਹ ਰਸਤੇ ਤੇ ਚੱਲ ਕੇ ਖੁਦ ਵੀ ਕਾਮਯਾਬ ਹੋਣਗੇ। ਵਿਰਦੀ ਸਾਹਿਬ, ਕਿੱਦਾਂ ਦੇ ਪਰਿਵਾਰ ਦੇ ਵਿੱਚ ਜਨਮ ਹੋਇਆ? ਆਪਾਂ ਇੱਥੋਂ ਗੱਲ ਸ਼ੁਰੂ ਕਰਾਂਗੇ ਤੇ ਸਮਾਪਤੀ ਕਰਾਂਗੇ ਕਿ ਇਹ ਜਾਣਕਾਰੀ ਮਿਲੀ ਹੈ ਕਿ ਆਪ ਜੀ ਦੇ 2 ਪੁੱਤ ਜੱਜ ਨੇ ਤੇ 2 ਬਹੂਆਂ ਵੀ ਜੱਜ ਨੇ। ਇਹ ਪੂਰਾ ਸਫ਼ਰ ਅੱਜ ਆਪਾਂ ਰੂਬਰੂ ਕਰਾਂਗੇ ਕਿ ਕਿਹੋ ਜਿਹਾ ਪਰਿਵਾਰ ਸੀ ਜਿਸ ਪਰਿਵਾਰ ਦੇ ਵਿੱਚ ਜਨਮ ਹੋਇਆ ਤੇ ਬਚਪਨਾ ਕਿਵੇਂ ਨਿਕਲਿਆ। ਨਿਰਮਲ ਗੁੜਾ ਜੀ, ਸਾਡਾ ਜਿਹੜਾ ਇਹ ਮੇਰਾ ਪੂਰਾ ਜੀਵਨ ਸੰਗਰਾਮ ਜਿਹੜਾ ਹੈ ਜੀ, ਇਹ ਪੂਰੀ ਜਿਹੜੀ ਰਿਸਰਚ ਬੁੱਕ ਹੈ। ਅੱਜ ਇਹ 'ਤੇ ਖੋਜ ਹੋ ਰਹੀ ਜਗ੍ਹਾ ਜਗ੍ਹਾ ਦੇ ਉੱਤੇ, ਜੀ ਕਈ ਯੂਨੀਵਰਸਿਟੀਆਂ 'ਤੇ ਹੋ ਰਹੀ ਹੈ ਜੀ। ਇਹਦੇ ਵਿੱਚ ਸਾਰੀ ਜਿਹੜੀ ਕਹਾਣੀ ਹੈ ਗੁੜਾ ਜੀ, ਜੇ ਪੂਰੀ ਇਹ ਗੱਲ ਕਰੀਏ ਬੜਾ ਵਕਤ ਚਾਹੀਦਾ ਹੈ। ਹਾਂਜੀ। ਪਰ ਜੇ ਇਹਦੀ ਆ ਬੈਕ ਤੇ ਜਿਹੜੀ ਹੈ ਨਾ, 0 to ਹੀਰੋ, ਜੀ ਜੀ ਜੀ, ਇਹ ਪੂਰੀ ਮੇਰੀ ਬਰੀਫ ਹਿਸਟਰੀ ਹੈ ਲਾਈਫ ਦੀ ਜੀ। ਇਹਦੇ ਵਿੱਚ ਇਹੋ ਹੀ ਲਿਖਿਆ ਹੈ ਬਈ ਬਗਾਨੇ ਖੇਤ ਖਲਿਆਣਾ ਵਿੱਚ 2 ਆਨੇ ਦਾ ਘਾਹ ਖੋਤਣ ਵਾਲੀ, ਮਮਤਾ ਦੇ ਕੁੱਖੋਂ ਮੇਰੇ ਜੈਸਾ ਬੋਰੀ ਤੇ ਜਨਮਿਆ ਇਨਸਾਨ, ਢੇਰਾਂ ਰੂੜੀਆਂ ਤੇ ਰੁਲਿਆ, ਛੱਪੜਾਂ 'ਚ ਨਾਤਾ ਧੋਤਾ, ਜ਼ਿਮੀਦਾਰਾਂ ਦਿਓ ਆਈਆਂ ਬਹੀਆਂ ਬਚੀਆਂ ਖੁਚੀਆਂ, ਜੂਠਾਂ ਖਾ ਕੇ ਹੋਇਆ ਜਵਾਨ, ਫਗਵਾੜੇ ਦੀ ਬੋੜ ਹੇਠ ਲੱਗਦੀ ਮਜ਼ਦੂਰਾਂ ਦੀ ਖੁੱਲ੍ਹੀ ਮੰਡੀ 'ਚ ਬੋਲੀ ਤੇ ਬਹਿ ਕੇ ਕੀਤਾ BA ਪਾਸ, ਰਿਕਸ਼ਾ ਵਾਹ ਕੇ ਬਣਿਆ ਵਕੀਲ, ਡਾਕਟਰ, ਸਾਹਿਤਕਾਰ। ਕਿਸ ਕਾਰਨ, ਕਿਸ ਸਦਕਾ? ਡਾਕਟਰ ਬਾਬਾ ਸਾਹਿਬ ਅੰਬੇਡਕਰ ਸਦਕਾ। ਵਾਹ ਜੀ ਵਾਹ, ਕੀ ਬਾਤ ਹੈ ਜੀ। ਇਹ ਗੁੜਾ ਜੀ ਸਾਡਾ ਇਤਿਹਾਸ ਹੈ। ਕਿੱਥੇ ਅਸੀਂ ਪੈਦਾ ਹੋਏ ਹਾਂ, ਕਿਹੋ ਜਿਹੇ ਸਾਡੇ ਮਾਪੇ ਸੀ, ਕਿਵੇਂ ਉਹਨਾਂ ਦੀ ਜੀਵਕਾ ਚੱਲਦੀ ਸੀ, ਕਿਹਨਾਂ ਪਰਿਸਥਿਤੀਆਂ 'ਚ ਮੈਂ ਪੜ੍ਹਿਆ, BA ਕੀਤੀ ਹੈਗੀ ਹੈ। ਫਗਵਾੜੇ ਦੀ ਜਿਹੜੀ ਬੋਰਡ ਹੇਠ ਲੱਗਦੀ ਮੰਡੀ ਹੈ, ਅੱਜ ਵੀ ਲੱਗਦੀ ਹੈ, ਮਜ਼ਦੂਰ ਮੰਡੀ। ਉਸ ਵੇਲੇ 3.25 ਰੁਪਏ ਦਿਹਾੜੀ ਸੀ, ਤਾਂ ਮੈਂ 8ਵੀਂ ਦੇ ਪੇਪਰ ਦੇ ਕੇ ਉੱਥੇ ਦਿਹਾੜੀਆਂ ਕੀਤੀਆਂ। ਮੈਂ ਬਹੁਤ ਬਿਲਡਿੰਗਾਂ ਬਣਾਈਆਂ ਅਤੇ ਫਿਰ ਮੈਂ BA ਲਾ ਕਰਨ ਚਲ ਗਿਆ। ਉੱਥੇ ਫਿਰ ਮੈਂ ਰਿਕਸ਼ਾ ਵਾਹ ਕੇ ਆਪਣੀ ਵਕਾਲਤ ਕੀਤੀ ਹੈ। ਆਪਾਂ ਗੱਲ ਕਰੀਏ ਸ਼ੁਰੂ ਕਿ ਸਾਡੇ ਬਜ਼ੁਰਗ ਕੀ ਕਰਦੇ ਸੀ। ਸਾਡੇ ਬਜ਼ੁਰਗ ਜਿਹੜੇ ਆ ਉਹਨਾਂ ਦਾ ਵੀ ਬੜਾ ਸੰਘਰਸ਼ਮਈ ਜੀਵਨ ਹੈ ਜੀ। ਸਾਡੇ ਬਾਬਾ ਜੀ ਜਿਹੜੇ ਨਾਮਾ ਸੀਗੇ, ਸਾਡਾ ਪਿੱਛੋਂ ਪਿੰਡ ਧੜੇਤਾ ਹੈ। ਅੱਛਾ ਜੀ। ਅਤੇ ਉੱਥੇ ਵਗਾ ਜਿਹੜਾ ਸੀਗਾ, ਜਦੋਂ ਮਾਮਲਾ ਇਕੱਠਾ ਕਰਨ ਆਉਂਦੇ ਸੀ ਅਤੇ ਉਹ ਮਾਮਲੇ ਦੇ ਜਿਹੜੇ ਬੋਝੇ ਭਰ ਕੇ ਚਾਂਦੀ ਦੇ ਰੁਪਈਆਂ ਦੇ, ਅਤੇ ਉਹ ਜਿਹੜੇ ਦਲਿਤ ਮਜ਼ਦੂਰ ਬਸਤੀ 'ਚੋਂ ਮੰਗਾਏ ਜਾਂਦੇ ਸੀ, ਉਹਨਾਂ ਦੇ ਉੱਤੇ ਸਿਰਾਂ 'ਤੇ ਲੱਦ ਕੇ ਉਹਨਾਂ ਨੂੰ ਪਿੱਛੇ ਫਲੋਰ ਜਾ ਕੇ ਖਜ਼ਾਨੇ 'ਚ ਲਿਜਾਣਾ ਹੁੰਦਾ ਸੀ।
ਤੇ ਉਹ ਘੋੜੇ ਤੇਜ਼ ਭਜਾਉਂਦੇ ਸੀ ਤੇ ਉੱਥੇ ਹੀ ਉਹ ਸਾਡੇ ਬਾਬਾ ਜੀ ਨੂੰ ਬੋਝੇ ਚੁਕਾਏ ਹੋਏ ਸੀਗੇ ਤੇ ਉਹ ਗਰਮੀ ਦਾ ਮੌਸਮ ਸੀਗਾ। ਉਹ ਇੰਨੀ ਗਰਮੀ ਨਾਲ ਉਹ ਬੇਹੋਸ਼ ਹੋ ਕੇ ਡਿੱਗ ਪਏ। ਉਹਨੇ ਬੋਝਾ ਚੱਕੇ, ਉਹ ਚੱਕ ਕੇ ਦੂਜੇ ਜਿਹੜੇ ਸੀਗੇ ਦਲਿਤ ਲੋਕ ਉਹਨਾਂ ਨੂੰ ਚੁਕਾਤੇ ਤਾਂ ਫਿਰ ਉਹ ਦੌੜਨ ਲੱਗ ਪਏ ਪਿੱਛੇ ਲੈ ਕੇ। ਤਾਂ ਉਹ ਉੱਥੇ ਹੀ ਜਿਹੜੇ ਸਾਡੇ ਬਾਬਾ ਜੀ ਸੀ ਤੜਫ ਤੜਫ ਕੇ ਜਿਹੜਾ ਉਹ ਸ਼ਹੀਦ ਹੋ ਗਏ ਔਰ ਉਹਨਾਂ ਨੂੰ ਉੱਥੇ ਹੀ ਜਿਹੜੇ ਕਾਂ ਇੱਲਾਂ ਕੁੱਤੇ ਖਾ ਗਏ। ਇਹ ਸਾਡਾ ਜਿਹੜਾ ਹੈਗਾ। ਤੇ ਸਾਡੀ ਫਿਰ ਜਿਹੜੀ ਦਾਦੀ ਸੀ ਬਾਵੀ, ਉਹ ਫਿਰ ਜਦ ਰਿਹਾ ਹੀ ਨਹੀਂ ਕੋਈ ਤੇ ਉਹ ਆਪਣੇ ਪੇਕੇ ਬਿਰਕਾਂ ਆ ਗਈ ਜੀ ਜੀ। ਤੇ ਉਹ ਫਿਰ ਬਿਰਕਾਂ ਆ ਕੇ ਸਾਡਾ ਜਿਹੜਾ ਹੈਗਾ ਆ, ਸਾਡੇ ਦੇ ਜਿਹੜੇ ਦੋ ਮੇਰੇ ਤਾਇਆ ਜੀ ਸੀਗੇ ਉਹਨਾਂ ਨੂੰ ਉਹ ਐ ਜੇ ਇੱਕ ਮਣ ਦਾਣਿਆਂ ਦੇ ਉੱਤੇ ਸਾਲ ਭਰ ਲਈ ਡੰਗਰ ਚਾਰਨ ਲਈ ਜ਼ਿਮੀਂਦਾਰਾਂ ਨੇ ਲਾ ਲਿਆ। ਤੇ ਜਦੋਂ ਮੇਰੇ ਪਿਤਾ ਜੀ 5-6 ਸਾਲ ਦੇ 6 ਸਾਲ ਦੇ ਹੋਏ ਤਾਂ ਉਹਨਾਂ ਨੇ ਸੋਚਿਆ, ਸਾਡੀ ਦਾਦੀ ਨੇ, ਵੀ ਚਲੋ ਕਿਤੇ ਕੋਈ ਚਿੱਠੀ ਪੱਤਰੇ ਪੜ੍ਹਾਉਣਾ ਪੈ ਜਾਂਦਾ ਹੈ ਬਈ, ਇਸ ਲਈ ਵੀ ਇਹਨੂੰ ਪੜ੍ਹਾ ਲਈਏ। ਤੇ ਉਹਨੇ ਉਹ ਲੈ ਕੇ ਗਈ। ਉਦੋਂ ਜਿਹੜੀ ਪੜ੍ਹਾਈ ਸੀਗੀ ਸਿੱਖਾਂ ਦੇ ਗੁਰਦੁਆਰੇ 'ਚ ਹੁੰਦੀ ਸੀ ਜੀ ਤੇ ਹਿੰਦੂਆਂ ਦੇ ਠਾਕਰਦੁਆਰੇ ਹੁੰਦੀ ਸੀ, ਮੁਸਲਮਾਨਾਂ ਦੀ ਮਸੀਤ 'ਚ ਹੁੰਦੀ ਸੀ। ਸਕੂਲ ਉਦੋਂ ਇੰਨੇ ਅਜੇ ਨਹੀਂ ਸੀਗੇ ਜੀ। ਤੇ ਉਹ ਮੇਰੀ ਦਾਦੀ ਜਿਹੜੀ ਸੀ ਬਾਵੀ, ਉਹ ਮੇਰੇ ਪਿਤਾ ਜੀ ਨੂੰ ਲੈ ਕੇ ਗਈ। ਪਹਿਲਾਂ ਗੁਰਦੁਆਰੇ ਗਈ ਉਹ ਤੇ ਉਹਨੇ ਕਿਹਾ ਵੀ ਭਾਈ ਵੀ ਮੇਰੇ ਮੁੰਡੇ ਨੂੰ ਵੀ ਥੋੜ੍ਹੇ ਅੱਖਰ ਸਿਖਾ ਦੇ, ਕਿਤੇ ਚਿੱਠੀ ਪੱਤਰ ਜੋਗਾ ਹੋ ਜਾਏ। ਤਾਂ ਉਹ ਕਹਿੰਦਾ ਨਹੀਂ, ਤੁਸੀਂ ਨੀਵੀਂ ਜਾਤ ਹੈ, ਤੁਸੀਂ ਨਹੀਂ ਪੜ੍ਹ ਸਕਦੇ। ਫਿਰ ਉਹ ਠਾਕਰ ਦੁਆਰੇ ਗਈ, ਹਿੰਦੂਆਂ ਦੇ ਸਾਡੇ ਪਿੰਡ ਠਾਕਰ ਦੁਆਰਾ ਵੀ ਆ। ਤੇ ਉੱਥੇ ਜਾ ਕੇ ਕਿਹਾ ਪੰਡਤ ਨੂੰ, ਪ੍ਰੋਤ ਨੂੰ, ਵੀ ਤੂੰ ਮੇਰੇ ਮੁੰਡੇ ਨੂੰ ਵੀ ਇੱਥੇ ਪੜ੍ਹਾ ਦੇ। ਉਹਨੂੰ ਦੱਬ ਕੇ ਮਾਰ ਕੇ ਉੱਥੋਂ ਭਜਾਤਾ ਵੀ ਤੂੰ ਆ ਕੇ ਪਰੇ ਹੋ ਜਾ, ਪਰੇ ਹੋ ਜਾ, ਦੁਰੇ ਦੁਰੇ ਕਰਕੇ। ਫਿਰ ਸਾਡੇ ਪਿੰਡ ਮੁਸਲਮਾਨ ਵੀ ਕਾਫੀ ਸੀ। ਫਿਰ ਉਹ ਮੁਸਲਮਾਨ ਮੌਲਵੀ ਦੇ ਪਾਸ ਗਈ। ਉਹਨੂੰ ਕਿਹਾ ਬਈ ਮੀਆਂ ਜੀ ਬਈ ਮੇਰੇ ਮੁੰਡੇ ਨੂੰ ਵੀ ਥੋੜ੍ਹਾ ਪੜ੍ਹਾ ਦੇ। ਉਹ ਕਹਿੰਦਾ ਬਾਬੀ ਮੈਂ ਪੜ੍ਹਾ ਤਾਂ ਦਿਆਂ, ਪਰ ਮੈਂ ਸੇਪੀ ਕਰਦਾ, ਜ਼ਿਮੀਂਦਾਰਾਂ ਦੀ ਸੇਪੀ ਕਰਦਾ। ਹਾਂਜੀ ਹਾਂਜੀ। ਤੇ ਉਹਨੇ ਇਹ ਜਿਹੜਾ ਮੈਂ ਪੜ੍ਹਾਉਣ ਲੱਗ ਪਿਆ ਤਾਂ ਮੇਰੀ ਸੇਪੀ ਬੰਦ ਹੋ ਜਾਣੀ ਹੈ। ਹਾਂਜੀ, ਮੇਰਾ ਰੁਜ਼ਗਾਰ ਬੰਦ ਹੋ ਜਾਣਾ, ਇਸ ਕਰਕੇ ਮੈਂ ਨਹੀਂ ਪੜ੍ਹਾ ਸਕਦਾ ਹੈਗਾ। ਤੇ ਫਿਰ ਮੇਰੇ ਪਿਤਾ ਜੀ ਨੂੰ ਵੀ ਐਜ ਏ ਸੀਰੀ ਜਿਹੜਾ ਜ਼ਿਮੀਂਦਾਰਾਂ ਦੇ ਇੱਕ ਮਣ ਅੰਨ ਦੇ ਉੱਤੇ ਸਾਲ ਭਰ ਲਈ ਲਾਤਾ। ਛੋਟੇ ਹੁੰਦੇ ਹੀ ਉਹਨੇ ਆਪਣੇ ਲਾਲਚ ਲਈ ਜ਼ਿਮੀਂਦਾਰਾਂ ਉਹਨਾਂ ਨੂੰ ਹਲ ਵਾਹੁਣ ਲਾਈ ਰੱਖਣਾ। ਇਸ ਲਈ ਮੇਰੇ ਜਿਹੜੇ ਪਿਤਾ ਜੀ ਸੀ ਉਹਨਾਂ ਦੀਆਂ ਖੇਤ ਵਾਹੁੰਦਿਆਂ ਦੀਆਂ ਉਂਗਲਾਂ ਵਿੰਗੀਆਂ ਸੀ, ਵਿੰਗੀਆਂ ਹੋਈਆਂ ਸੀ ਪੈਰਾਂ ਦੀਆਂ ਸਾਰੀਆਂ। ਤੇ ਇਸ ਤਰ੍ਹਾਂ ਜਿਹੜਾ ਸਾਡੇ ਸਾਰਾ ਹੈਗਾ। ਹੋਰ ਵੀ ਬੜੀਆਂ ਕਹਾਣੀਆਂ ਚੱਲੀਆਂ ਹੈਗੀਆਂ, ਪਰ ਉਹ ਜਿਹਦੇ ਸਾਡੇ ਪਾਪਾ ਜੀ ਨੂੰ ਲਾਇਆ ਸੀ ਉਹ ਨਿਹੰਗ ਸਿੰਘ ਸੀ ਜੀ। ਉਹ ਨਿਹੰਗ ਸਿੰਘ ਜਿਹੜਾ ਉਹਨੇ ਫਿਰ ਉੱਥੇ ਜਦੋਂ ਚਾਰਦਿਆਂ ਚੂਰਦਿਆਂ ਡੰਗਰ ਛੱਡ ਦੇਣੇ, ਦਰਖਤਾਂ ਥੱਲੇ ਬਹਿ ਜਾਣਾ, ਤਾਂ ਉਹ ਨਿਹੰਗ ਸਿੰਘ ਉਹਨਾਂ ਨੂੰ ਗੁਰਮੁਖੀ ਪੜ੍ਹਾਉਣ ਲੱਗ ਪਿਆ। ਅੱਛਾ ਜੀ। ਹਾਂ, ਕੰਠ ਕਰਾਉਣ ਲੱਗ ਪਿਆ ਜੀ। ਔਰ ਉਹਨੂੰ ਇੱਥੋਂ ਤੱਕ ਕੰਠ ਕਰਾ ਦਿੱਤਾ ਬਈ ਸਮਾਂ ਪਾ ਕੇ ਸਾਡੇ ਪਿਤਾ ਜੀ ਅਨਪੜ੍ਹ ਹੁੰਦੇ ਹੋਏ ਵੀ ਭੋਗ ਦੇ ਜਿੰਨੇ ਵੀ ਸ਼ਲੋਕ ਹੈ ਸਾਰੇ ਜ਼ਬਾਨੀ ਪਾਉਂਦੇ ਹੀ ਕਰ ਦਿੰਦੇ। ਠੀਕ ਹੈ ਜੀ। ਫਿਰ ਉਹ ਕੀਰਤਨ ਕਰਨ ਲੱਗ ਪਏ। ਫਿਰ ਬਹੁਤ ਵੱਡੇ ਕੀਰਤਨੀਏ ਰਹੇ। ਫਿਰ ਉਹ ਅੰਮ੍ਰਿਤਧਾਰੀ ਸਿੰਘ ਵੀ ਰਹੇ, ਕਿਉਂਕਿ ਉਹ ਨਿਹੰਗ ਸਿੰਘ ਨਾਲ ਰਹਿਣ ਕਰਕੇ ਉਹਨਾਂ ਦੀ ਸੁਸਾਇਟੀ ਬਣ ਗਈ, ਸਰਦਾਰ ਸੀਗੇ। ਤੇ ਇੱਦਾਂ ਕਰਕੇ ਸਾਰਾ ਸਾਡੇ ਵੀ ਬਾਕੀ ਵੀ ਮੇਰੇ ਤੋਂ ਵੱਡੇ ਪਹਿਲਾਂ ਸਰਦਾਰ ਹੀ ਸੀਗੇ। ਜੀ ਜੀ ਜੀ। ਤੇ ਫਿਰ ਇੱਕ ਘਟਨਾ ਪਿੰਡ 'ਚ ਘਟੀ ਸੀ, ਜਿਹ ਤੋਂ ਅਸੀਂ ਜਿਹੜਾ ਪਿੱਛੇ ਉਹ ਹਟੇ। ਠੀਕ ਹੈ ਜੀ, ਠੀਕ ਹੈ। ਤੇ ਉਹ ਘਟਨਾ ਜਿਹੜੀ ਹੈਗੀ ਆ ਵੀ ਇਹ ਹੋਈ ਸੀ, ਇਹਦੇ ਤੋਂ ਹੀ ਹੋਈ ਸੀ ਬਈ ਦੇਸ਼ ਆਜ਼ਾਦ ਹੋਇਆ ਸੀ। ਤੇ ਦੇਸ਼ ਆਜ਼ਾਦ ਹੋ ਗਿਆ ਤੇ ਬੜੇ ਲੋਕਾਂ ਨੇ ਬਾਜ਼ਾਰਾਂ 'ਚ ਭੰਗੜੇ ਪਾਏ, ਗਿੱਧੇ ਪਾਏ। ਤੇ ਹੌਲੀ ਹੌਲੀ ਆਪਣੇ ਬਸਤੀਆਂ 'ਚ ਵੀ ਪਤਾ ਲੱਗਣ ਲੱਗਾ ਵੀ ਕੋਈ ਆਜ਼ਾਦ ਹੋ ਗਿਆ, ਦੇਸ਼ ਆਜ਼ਾਦ ਹੋ ਗਿਆ। ਤੇ ਚਲੋ ਆਪਣੇ ਲੋਕਾਂ ਨੇ, ਸਾਡੇ ਪਿਤਾ ਜੀ ਹੁਣ ਬਾਣੀ ਤਾਂ ਜਾਣਦੇ ਹੀ ਸੀ, ਕੀਰਤਨ ਸੀਗਾ। ਉਹਨਾਂ ਨੇ ਕਿਹਾ ਬਈ ਸਾਡੇ ਕੋਈ ਪਿੰਡ ਗੁਰਦੁਆਰਾ ਸੀ, ਉਹਨਾਂ ਨੇ ਕਿਹਾ ਵੀ ਅਸੀਂ ਨਗਰ ਕੀਰਤਨ ਕਰਨਾ ਆਪਣੇ ਗੁਰੂ ਦਾ। ਤੇ ਉਹ ਪ੍ਰਧਾਨ ਜ਼ਿਮੀਂਦਾਰ ਹੀ ਸੀ ਗੁਰਦੁਆਰੇ ਦਾ। ਉਹ ਕਹਿੰਦਾ ਨਹੀਂ, ਤੁਹਾਨੂੰ ਨਹੀਂ ਦਿੱਤਾ ਜਾ ਸਕਦਾ ਤੇ ਨਾ ਤੁਹਾਨੂੰ ਜਿਹੜੇ 5 ਪਿਆਰੇ ਉਹਨਾਂ ਦੇ ਬਸਤਰ ਦਿੱਤੇ ਜਾ ਸਕਦੇ। ਉਹਨੇ ਦਿੱਤੇ ਨਹੀਂ। ਹੁਣ ਸਾਡੇ ਚਾਚੇ ਤਾਏ ਉੱਦਾਂ ਫਿਰ ਉਹ ਨਾਲ ਹੋਰ ਵੀ ਇੱਦਾਂ ਉਹਨਾਂ ਦੇ ਨਾਲ ਸੁਸਾਇਟੀ ਵਾਲੇ ਸਿੱਖ ਹੀ ਸੀ ਸਾਰੇ ਜੀ। ਸਾਧੂ ਸਿੰਘ ਕਰਕੇ, ਜੋਗਿੰਦਰ ਸਿੰਘ ਕਰਕੇ ਸੀ, ਹੋਰ ਵੀ ਸੀ। ਇਹਨਾਂ ਦਾ ਨਾਂ ਵੀ ਪਹਿਲਾਂ ਬੰਤਾ ਸਿੰਘ ਹੀ ਸੀ ਸਾਡੇ ਪਿਤਾ ਜੀ ਦਾ। ਜੀ ਜੀ।
ਤੇ ਉਹ ਫਿਰ ਇੱਥੇ ਆ ਜਿਹੜਾ ਪ੍ਰੇਮਪੁਰਾ ਮਹੱਲਾ ਫਗਵਾੜੇ, ਹਾਂਜੀ ਇੱਥੇ ਇੱਕ ਸੰਤ ਸੀਗੇ ਸਰਪਣ ਦਾਸ ਜੀ, ਜੀ ਉਹਨਾਂ ਕੋਲ ਵੀ ਗੁਰੂ ਮਹਾਰਾਜ ਦੀ ਹੂੰ ਭੀੜ ਸੀ। ਜੀ ਉਹ ਫਿਰ ਉਹਨਾਂ ਕੋਲ ਗਏ ਤੇ ਕਹਿੰਦੇ ਵੀ ਅਸੀਂ ਇਦਾਂ ਕਰਨਾ, ਤੇ ਉਹ ਕਹਿੰਦੇ ਵੀ ਲੈ ਜਾਓ, ਕੋਈ ਗੱਲ ਨਹੀਂ। ਲੈ ਗਏ ਯਾਰ, ਲੈ ਗਏ ਤੇ ਉਹ ਫਿਰ ਜਿਹੜਾ ਵਸਤਰ ਉਹਨੇ ਉਹੀ ਧੋ ਕੇ ਪਾ ਲਿਆ ਤੇ ਪੂਰੇ ਸਿੰਘ ਸੱਜ ਕੇ ਉਹਦੀ ਪਰਿਕਰਮਾ ਕੀਤੀ, ਪਰ ਉਹ ਦਲਿਤ ਮਹੱਲਿਆਂ ਚੋਂ ਅੱਗੇ ਨਹੀਂ ਜਾਣ ਦਿੱਤੀ ਗਈ। ਉਦੋਂ ਇਸ ਤਰ੍ਹਾਂ ਦਾ ਵਿਰੋਧ ਹੋ ਗਿਆ। ਇਸ ਤਰ੍ਹਾਂ ਦਾ ਹੈ ਜੀ ਜੀ ਤੇ ਸਾਡੇ ਪਿਤਾ ਜੀ ਬੜੇ ਧਰਮੀ ਸੀਗੇ, ਬੜੇ ਬਹੁਤ ਧਾਰਮਿਕ ਖਿਆਲਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦਾ ਬੜਾ ਵਿਸ਼ਵਾਸ ਸੀ। ਜੀ 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 ਉਹ ਉੱਥੇ ਪਾਠ ਕਰਨ ਲੱਗ ਪਿਆ ਬਈ ਮਹਾਰਾਜ ਇਹਨਾਂ ਨੂੰ ਸਮੱਤ ਦੇ, ਪਰ ਉਹਨਾਂ ਦੇ ਜ਼ਿਮੀਂਦਾਰਾਂ ਦੇ ਕੋਈ ਮਨ 'ਚ ਪਰਿਵਰਤਨ ਨਹੀਂ ਆਇਆ। ਜੀ 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 ਉਹ ਫਿਰ ਪਿੱਛੇ ਹਟ ਗਏ। ਪਿੱਛੇ ਹਟ ਗਏ। ਹਾਂ, ਤੇ ਪਿੱਛੇ ਤੁਹਾਡਾ ਹਟ ਕੇ। ਕਿਵੇਂ ਦਾ ਫਿਰ ਸ਼ੁਰੂ ਹੋਇਆ ਬਚਪਨਾ, ਤੇ ਉਦੋਂ ਫਿਰ ਐਜੂਕੇਸ਼ਨ ਕਿਵੇਂ, ਤੁਹਾਡੀ ਪੜ੍ਹਾਈ ਕਿੱਦਾਂ ਸ਼ੁਰੂ ਹੋਈ? ਮੇਰਾ ਤਾਂ ਬਚਪਨਾ ਜਿਹੜਾ ਹੈਗਾ ਆ ਬਈ ਉਸ ਵੇਲੇ ਦੇਸ਼ ਆਜ਼ਾਦ ਹੋ ਚੁੱਕਾ ਸੀ ਜੀ ਮੈਂ 1954 ਚ ਪੈਦਾ ਹੋਇਆ ਜੀ ਤੇ ਉਹ ਪੈਦਾ ਹੋਣ ਤੇ ਵੀ ਜਿਹੜਾ ਇੱਕ ਦੋ ਤਿੰਨ ਬੜੀਆਂ ਘਟਨਾਵਾਂ। ਇੱਕ ਤਾਂ ਇਹ ਆ ਵੀ ਜਦੋਂ ਮੈਂ ਪੈਦਾ ਹੋਇਆ ਤਾਂ ਮੇਰੀ ਮਾਂ ਕਹਿੰਦੀ, ਮੇਰੀ ਮਾਂ ਦਾ ਨਾਮ ਅਮਰੋ ਸੀ। ਅਮਰੋ, ਠੀਕ ਹੈ ਜੀ। ਉਹ ਕਹਿੰਦੀ ਮੇਰੇ ਪਾਪਾ ਜੀ ਨੂੰ, ਕਹਿੰਦੀ ਵੀ ਸੁਣ, ਕਹਿੰਦੀ ਪਹਿਲਾਂ ਮੁੰਡੇ 2 ਹੋਏ ਆ, ਮੇਰੇ ਤੋਂ 2 ਵੱਡੇ ਆ, ਤਾਂ ਜ਼ਿਮੀਂਦਾਰਾਂ ਦੇ ਲਿੱਬਾ ਗੁੜ ਲਿਆ ਕੇ, ਅੱਜ ਕੱਲ੍ਹ ਗੁੜ ਲਿੱਬਾ ਹੋ ਜਾਂਦਾ ਨਾ, ਉਹ ਵੰਡਿਆ। ਹੁਣ ਤੂੰ ਜ਼ਿਮੀਂਦਾਰਾਂ ਦਾ ਸੀਰੀ ਨਹੀਂ, ਅੱਛਾ, ਹੁਣ ਤੂੰ ਦਾਣਾ ਮੰਡੀ ਫਗਵਾੜੇ 'ਚ ਕੰਮ ਕਰਦਾ, ਠੀਕ ਹੈ ਹੈਂ, ਉੱਥੇ ਲਾਲਿਆਂ ਦੇ ਕੰਮ ਕਰਦਾ, ਉੱਥੇ ਪਤਾਸੇ ਰੇੜੀਆਂ ਸਭ ਕੁਝ ਬਣਦਾ ਹੈ, ਤੇ ਉਹਨਾਂ ਦੀ ਤੂੰ ਦੁਕਾਨ ਤੇ ਕੰਮ ਕਰਦਾ ਹੈਗਾ। ਹੁਣ ਤੂੰ ਇਹ ਦੀ ਬਾਹਰ ਨੂੰ ਲਿੱਬਾ ਗੁੜ ਨਹੀਂ ਵੰਡਣਾ, ਪਤਾਸੇ ਵੰਡਣੇ। ਵਾਹ ਜੀ ਵਾਹ, ਹਾਂ, ਪਤਾਸੇ ਵੰਡਣੇ। ਠੀਕ ਹੈ ਫਿਰ ਪਤਾਸੇ ਵੰਡੇ। ਵਾਹ ਜੀ ਵਾਹ, ਠੀਕ ਹੈ ਜੀ, ਠੀਕ ਹੈ ਠੀਕ ਹੈ। ਪਤਾਸੇ ਵੰਡੇ। ਫਿਰ ਮੈਂ ਸਾਲ ਕੁ ਦਾ ਸੀਗਾ ਹਾਂਜੀ, ਤੇ ਸਾਡੇ ਨਾਨਕੇ ਤੱਲੜ ਦੇ ਨਾਲ ਪਿੰਡ ਪਰਸਰਾਮਪੁਰ ਆ। ਅੱਛਾ ਜੀ। ਉਹ ਮੇਰੀ ਮਾਂ ਲੈ ਕੇ ਉੱਥੋਂ ਛੋੜੀ ਤੋਂ ਗੱਡੀ ਬਹਿ ਗਈ, ਹੈਂ, ਸੀਗੀ ਅਨਪੜ੍ਹ, ਤੇ ਉਹਨੇ ਕਿਹਾ ਬਈ ਚਲੋ ਬਈ ਗੱਡੀ ਨੇ ਫਗਵਾੜੇ ਉਤਰ ਜਾਣਾ ਹੈਗਾ। ਤੇ ਉਹ ਜਦ ਚੜੀ ਰਹੀ ਤੇ ਗੱਡੀ ਪਹਿਲਾਂ ਚਹੇੜੂ ਰੁਕ ਗਈ। ਠੀਕ ਹੈ, ਉੱਥੇ ਵੀ ਸਟੇਸ਼ਨ ਹੈ। ਹਾਂਜੀ। ਫਿਰ ਇੱਥੇ ਆਈ ਤਾਂ ਉਹਨੂੰ ਪਤਾ ਹੀ ਨਾ ਲੱਗਾ, ਗੱਡੀ ਫਾਸਟ ਸੀ, ਜਲਦੀ ਚੱਲ ਗਈ। ਉਹ ਅਜੇ ਮੈਨੂੰ ਲੈ ਕੇ ਸਾਂਭਦੀ ਸੀ ਜਦ ਤੇ ਗੱਡੀ ਚੱਲ ਗਈ, ਮੈਂ ਗੱਡੀ 'ਚ ਹੀ ਰਹਿ ਗਿਆ। ਪਰ ਉਹਨੇ ਮਾੜੀ ਮਾੜੀ ਅਜੇ ਸਟਾਰਟ ਹੀ ਹੋ ਰਹੀ ਸੀ, ਉਹਨੇ ਮੈਨੂੰ ਉੱਥੇ ਅੰਦਰ ਫੜਾਤਾ ਵੀ ਪਹਿਲਾਂ ਮੈਂ ਉਤਰ ਜਾਵਾਂ, ਫੜ ਕੇ ਉਤਰ ਗਈ, ਆਪ ਉਤਰ ਕੇ ਮੈਂ ਅੰਦਰ ਹੀ ਰਹਿ ਗਿਆ। ਫਿਰ ਉਹ ਮਗਰ ਦੌੜੀ, ਮੇਰਾ ਮੁੰਡਾ ਮੇਰਾ ਮੁੰਡਾ ਮੇਰਾ ਮੁੰਡਾ। ਉਹ ਵੀ ਕਿਸੇ ਨੇ ਗੱਡੀ ਦੀ ਚੇਨ ਖਿੱਚ ਦਿੱਤੀ। ਅੱਛਾ ਅੱਛਾ, ਖਿੱਚ ਦਿੱਤੀ ਤਾਂ ਫਿਰ ਉਹ ਲੈ ਕੇ ਮੈਨੂੰ ਆਈ। ਹਾਂ, ਤੇ ਜਦ ਲੈ ਕੇ ਆਈ ਤੇ ਉਹ ਦਾਣਾ ਮੰਡੀ ਕੰਮ ਕਰਦੇ ਸੀ ਪਿਤਾ ਜੀ। ਹਾਂਜੀ। ਤੇ ਉਹ ਉੱਥੇ ਆ ਕੇ ਚਾਹ ਵਾਲੀ ਦੁਕਾਨ ਦਾ ਪਤਾ ਸੀ ਵੀ ਇੱਥੇ ਆ ਕੇ ਚਾਹ ਪੀਂਦੇ ਆ। ਹਾਂਜੀ। ਉਹ ਆ ਕੇ ਉੱਥੇ ਉਹਨੂੰ ਕਹਿਣ ਲੱਗੀ ਬਈ ਸਾਡੀ ਵੱਡੀ ਸਿਸਟਰ, ਉਹਦਾ ਨਾਂ ਜੀਤੋ ਆ ਜੀ, ਬਈ ਜੀਤੋ ਦੇ ਭਾਈਏ ਨੂੰ ਮਿਲਣਾ। ਹੁਣ ਉਹਨੂੰ ਕੀ ਪਤਾ ਹਲਵਾਈ ਨੂੰ ਨਾ ਲੈਂਦੇ ਨਹੀਂ ਸੀ। ਉਹ ਕਹਿੰਦਾ ਬੀਬੀ ਨਾਂ ਦੱਸ ਵੀ ਕੌਣ ਆ, ਤੇ ਉਹ ਕਹਿੰਦੀ ਨਾਂ ਨਹੀਂ ਲੈਂਦੇ ਹੁੰਦੇ, ਨਾ ਨਹੀਂ ਲੈਂਦੇ। ਨਹੀਂ। ਉਹ ਕਹਿੰਦਾ ਫਿਰ ਤਾਂ ਉੱਧਰ ਪਤਾ ਕਰ ਲੈ, ਹੋਰ ਵੀ ਸੀ ਇੱਕ ਦੁਕਾਨ। ਉਹ ਉੱਧਰ ਨੂੰ ਜਾ ਕੇ ਪਤਾ ਕਰਨ ਗਈ ਤਾਂ ਜਾਤੇ ਉੱਧਰੋਂ ਪਿਤਾ ਜੀ ਤੁਰੇ ਆਉਂਦੇ ਸੀ ਤਾਂ ਦੇਖਿਆ ਤੇ ਮੈਨੂੰ ਫੜਾ ਕੇ ਰੋਣ ਲੱਗ ਪਏ। ਸਾਰੀ ਕਹਾਣੀ ਦੱਸੀ। ਹਾਂਜੀ, ਗੱਡੀ ਵਾਲੀ ਕਹਾਣੀ। ਅੱਛਾ, ਉਹ ਫਿਰ ਲੈ, ਕਹਿੰਦਾ ਚੱਲ ਕੋਈ ਨਹੀਂ, ਇਹਨੂੰ ਦੁੱਧ ਤਾਂ ਪਿਲਾਓ। ਉਹ ਸੀ ਹਲਵਾਈ ਦੇ ਕੋਲ ਉੱਥੇ ਜਿਹੜਾ ਸੀਗਾ, ਤੇ ਚਾਹ ਵਾਲਾ ਉਹਦੇ ਕੋਲ ਲਿਆ ਕੇ ਦੁੱਧ ਬਣਾ ਵੀ ਤੂੰ ਇਦਾਂ ਕਰਕੇ ਇਦਾਂ ਕੀਤਾ। ਉਹ ਉਹਨੂੰ ਕਹਿੰਦਾ, ਸਾਡੀ ਮਾਤਾ ਬੀਬੀ ਨੂੰ ਕਹਿੰਦਾ ਤੂੰ ਇਹ ਕਹਿੰਦੀ ਵੀ ਗਿਆਨੀ ਨੂੰ ਮਿਲਣਾ, ਇਹ ਉਹਨੂੰ ਗਿਆਨੀ ਜੀ ਕਿਉਂਕਿ ਕੀਰਤਨ ਕਰਦੇ ਸੀ ਨਾ, ਇਦਾਂ ਸ਼ਬਦ ਚੌਂਕੀ ਬਹੁਤ ਜਾਣਦੇ ਸੀ, ਵੀ ਤੂੰ ਗਿਆਨੀ ਨੂੰ ਕਿਉਂ ਨਹੀਂ ਕਿਹਾ ਹੈਗਾ ਮਿਲਣਾ। ਯਾਨੀ ਇਦਾਂ ਕਰਕੇ ਫਿਰ ਜਿਹੜਾ ਸਧਾਰਨ ਪਰਿਵਾਰ ਸੀ ਨਾ, ਫਿਰ ਸਾਨੂੰ ਇਦਾਂ ਪੜ੍ਹਨ ਲਾ ਦਿੱਤਾ ਗਿਆ ਹੈਗਾ। ਤੇ ਉੱਥੇ ਵੀ ਬੜੀਆਂ ਘਟਨਾਵਾਂ ਸਾਡੇ ਨਾਲ ਘਟੀਆਂ। ਪਹਿਲਾਂ ਤਾਂ ਇਹ ਸੀ ਵੀ ਸਾਨੂੰ ਉਹ ਮਾਸਟਰ ਜ਼ਿਮੀਂਦਾਰ ਸੀ, ਅਸੀਂ ਜਦੋਂ ਜਾਣਾ ਜਾਂ ਵਾਲਮੀਕੀਆਂ ਦੇ ਮੁੰਡੇ ਵੀ ਸੀਗੇ, ਉਹਨਾਂ ਨੇ ਵੀ ਜਾਣਾ ਤਾਂ ਉਹਨਾਂ ਜਾਂਦਿਆਂ ਨੂੰ ਹੀ ਸਵਾਲ ਪਹਿਲਾਂ ਖੜੇ ਕਰ ਲੈਣਾ, ਕਹਿਣਾ ਦੱਸੋ ਸੁਣਾਓ, ਤੇ ਅਸੀਂ ਅਜੇ ਸੁਣਾਉਣਾ ਨੂੰ ਵਿਚਾਰ ਹੀ ਕਰਨਾ ਵੀ ਸੁਣਾਉਣ ਲੱਗਣਾ ਤਾਂ ਹੁਣ ਸਾਨੂੰ ਪ੍ਰੈਣ ਲੈ ਕੇ ਕੁੱਟ ਕੇ ਸਾਨੂੰ ਭਜਾ ਦੇਣਾ।
ਉੱਥੋਂ ਭਜਾ ਦੇਣਾ ਕਲਾਸ 'ਚ, ਔਰ ਸਾਡਾ ਜਿਹੜਾ ਲੈਟਰਿਨ ਪਿਸ਼ਾਬ ਨਿਕਲ ਜਾਂਦਾ, ਇੱਦਾਂ ਭਜਾਉਂਦਾ ਰਿਹਾ। ਉਹ ਭਜਾਉਣ ਦਾ ਕਾਰਨ ਕੀ ਹੁੰਦਾ ਸੀ? ਕਾਰਨ ਇਹ ਸੀ, ਉਹ ਨਾਲ ਕਹਿੰਦਾ ਹੁੰਦਾ ਸੀ, ਕਹਿੰਦਾ ਇਹ ਕਿਤੇ ਪੜ੍ਹਨ ਆਉਂਦੇ ਹੈਗੇ ਆ, ਇਹ ਤਾਂ ਧੜੀ ਧੜੀ ਸਾਗ ਖਾ ਕੇ ਆ ਜਾਂਦੇ, 10-10 ਰੋਟੀਆਂ ਖਾ ਕੇ ਜਵਾਰ ਦੀਆਂ ਆ ਜਾਂਦੇ ਆ, ਇਹ ਤਾਂ ਵਜੀਫੇ ਲੈਣ ਆਉਂਦੇ ਆ। ਜਦ ਕਿ ਉਦੋਂ ਕੋਈ ਵਜੀਫੇ ਨਹੀਂ ਹੁੰਦੇ ਸੀ। 6ਵੀਂ 'ਚ ਜਾ ਕੇ 6 ਰੁਪਏ ਸ਼ੁਰੂ ਹੁੰਦੇ ਹੁੰਦੇ ਜੀ 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 ਜੀ, ਤੇ ਉਦੋਂ ਪਹਿਲਾਂ ਕੋਈ ਵਜੀਫਾ ਨਹੀਂ ਹੁੰਦਾ ਸੀ ਜੀ। ਤੇ ਤਦ ਵੀ ਜਾਣੀ ਇਹਨਾਂ ਦੀ ਮਾਨਸਿਕਤਾ 'ਚ ਇੰਨੀ ਸਾਡੇ ਪ੍ਰਤੀ ਨਫ਼ਰਤ ਭਰੀ ਹੈਗੀ ਆ, ਤੇ ਇਹ ਨਫ਼ਰਤ ਜਿਹੜੀ ਆ ਪਿੱਛੋਂ ਜਿਹੜੀ ਹਿਟਲਰ ਤੋਂ ਹੇਠ ਚੱਲਦੀ ਆ, ਹਿਟਲਰ ਤੋਂ ਹੇਠ ਹੁੰਦਾ ਨਫ਼ਰਤ, ਉੱਥੋਂ ਤੁਰੀ ਆ ਉੱਥੋਂ ਤੁਰੀ ਆ। ਇਹ ਜਿਹੜੇ ਸਾਡੇ ਨਾਲ ਕਰਦੇ, ਇੱਥੇ ਸਮਾਜ 'ਚ ਕਰਦੇ ਹੈਗੇ ਪ੍ਰੋਤਵਾਦੀ ਲੋਕ, ਜਿਹੜੇ ਮਨੂਵਾਦੀ, ਉਹ ਸਾਰੇ ਉੱਧਰੋਂ ਆਰੀਆ ਲੋਕ ਹੀ ਆ। ਠੀਕ ਹੈ ਠੀਕ ਹੈ ਠੀਕ। ਤੇ ਇਦਾਂ ਕਰਕੇ ਫਿਰ ਜਿਹੜਾ ਹੀ ਪੜ੍ਹ ਪੁੜ ਗਏ, ਫਿਰ ਕਈ ਘਟਨਾਵਾਂ ਬਹੁਤ ਘਟੀਆਂ ਜ਼ਿੰਦਗੀ ਦੇ ਵਿੱਚ, ਤੇ ਮਰਨ ਤੋਂ ਕਈ ਵਾਰ ਬਚੇ। ਬਹੁਤ ਘਟਨਾਵਾਂ ਇਦਾਂ ਦੀਆਂ ਹੈਗੀਆਂ ਜਿਹੜੀਆਂ ਦੱਸੀਆਂ ਜ਼ਿਕਰਯੋਗ ਆ ਲੋਕਾਂ ਦੇ। ਪਰ ਕਿਉਂਕਿ ਫਿਰ ਮੈਂ ਆਪ ਹੀ ਮਿਹਨਤ ਕਰਕੇ ਜਿਹੜਾ ਪੜ੍ਹਦਾ ਰਿਹਾ ਹੈਗਾ, ਤੇ ਫਿਰ ਰਾਮਗੜੀਆ ਕਾਲਜ 'ਚ ਮੈਂ ਪ੍ਰੈਪ 'ਚ ਲੱਗਾ 10ਵੀਂ ਤੋਂ ਬਾਅਦ। ਜੀ ਜੀ। ਤੇ ਇਸ 8ਵੀਂ ਦੇ ਵਿੱਚ ਹੀ ਮੈਂ ਜਿਹੜਾ ਆ ਇੱਕ ਭੀਮ ਡਰਾਮਾਟਿਕ ਕਲੱਬ ਬਣਾਈ। ਅੱਛਾ ਜੀ। ਆਪ ਮੈਂ ਉਹ ਡਰਾਮਾ ਲਿਖਿਆ, ਅੱਜ ਵੀ ਮੇਰੇ ਕੋਲ ਪਿਆ, ਮੈਂ ਤੁਹਾਨੂੰ ਕੱਢ ਕੇ ਦਿਖਾਣਾ, ਖੇਡਿਆ ਵੀ ਆਪ, ਮੇਰੇ ਕੋਲ ਰਿਕਾਰਡ 'ਚ ਵੀ ਪਿਆ ਹੋਈ। ਵਾਹ ਜੀ ਵਾਹ। ਤੇ ਭੀਮ ਤੇ ਡਰਾਮਾਟਿਕ ਕਲੱਬ ਬਣਾਈ। ਫਿਰ ਅਸੀਂ ਇਹਦੇ 'ਚ ਜਿਹੜੀ ਅੰਮ੍ਰਿਤਾ ਵਿਰਕ ਹੈ, ਹਾਂਜੀ, ਇਹਦੇ ਤਾਇਆ ਜੀ ਗਾਂਧੀ ਬਣਦੇ ਸੀ, ਤੇ ਇਹਦੇ ਪਾਪਾ ਜੀ ਜਵਾਹਰ ਲਾਲ ਬਣਦੇ ਸੀ, ਕਸਤੂਰਬਾ ਬਾਈ। ਜੀ 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 ਜੀ। ਤੇ ਇੱਕ ਹੋਰ ਸੀ ਨਾ ਚਾਚੇ ਦਾ ਚਾਚਾ, ਉਹ ਜਵਾਹਰ ਲਾਲ ਬਣਦਾ ਸੀ, ਮੈਂ ਡਾਕਟਰ ਅੰਬੇਡਕਰ ਬਣਦਾ ਹੁੰਦਾ ਸੀ। ਜੀ ਜੀ ਜੀ। ਤੇ ਇੱਕ ਹੋਰ ਸੀ ਗਾਇਕ ਸੀਗਾ, ਉਹ ਵੀ ਲੁੱਗਾ ਲੁੱਗਾ ਕਰਕੇ ਬੜਾ ਮਸ਼ਹੂਰ ਸਾਡੇ ਪਿੰਡ ਦਾ ਹੋਇਆ, ਉਹ ਜਨਾਹ ਬਣਦਾ ਹੁੰਦਾ ਸੀ। ਅਸੀਂ ਉਹ ਡਰਾਮਾ ਸਾਡਾ ਦੁਆਬੇ 'ਚ ਬਹੁਤ ਚੱਲਿਆ, ਬਹੁਤ ਮਸ਼ਹੂਰ ਹੋਇਆ। ਜੀ 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 ਜੀ। ਬੜੀ ਚੇਤਨਾ ਸੀ ਉਹਦੇ ਨਾਲ, ਡਰਾਮੇ ਨਾਲ ਵੀ ਆਈ। ਤੇ ਬਾਬਾ ਸਾਹਿਬ ਨੂੰ ਤੁਸੀਂ ਕਦੋਂ ਤੋਂ ਆਦਰਸ਼ ਮੰਨਣਾ ਸ਼ੁਰੂ ਕੀਤਾ? ਕਦੋਂ ਤੁਹਾਨੂੰ ਗਿਆਨ ਹੋਇਆ, ਮੰਨ ਲਈ ਆਪਾਂ ਕਿ ਉਹਨਾਂ ਬਾਰੇ ਜਾਣਕਾਰੀ ਹੋਈ? ਗੁੜਾ ਨਿਰਮਲ ਗੁੜਾ ਜੀ, ਜਿਹੜੀ ਬਾਬਾ ਸਾਹਿਬ ਦੀ ਗੱਲ ਹੈ ਨਾ, ਇਹ ਅੰਬੇਡਕਰ ਦੀ ਜਿਹੜੀ ਗੁਰਤੀ ਹੈ ਨਾ, ਸਾਨੂੰ ਜਨਮ ਤੋਂ ਮਿਲੀ ਹੈ। ਜਨਮ ਤੋਂ ਮਿਲੀ ਹੈ। ਠੀਕ ਹੈ ਠੀਕ ਹੈ। ਉਹ ਫਿਰ ਜਦੋਂ ਸਾਡੇ ਪਿਤਾ ਜੀ ਨਾਲ ਇਹ ਘਟਨਾ ਘਟ ਗਈ ਨਾ, ਹਾਂ, ਉਹ ਫਿਰ ਉਹ ਛੱਡ ਕੇ ਲੈਣ ਡਾਕਟਰ ਅੰਬੇਡਕਰ ਨਾਲ ਜੁੜ ਗਿਆ। ਠੀਕ। ਤੇ ਇੱਥੇ ਫਗਵਾੜੇ ਚੱਕ ਕੀ ਮੇਲਾ ਲੱਗਦਾ ਬਹੁਤ ਵੱਡਾ, ਜੀ ਜੀ। ਪੰਜਾਬ ਦਾ ਉਹ ਸਭ ਤੋਂ ਵੱਡਾ ਮੇਲਾ ਸੀ ਉਸ ਵੇਲੇ। ਜੀ। ਹਰ ਪਾਰਟੀ ਉੱਥੇ ਕਾਨਫਰੰਸ ਕਰਦੀ ਹੁੰਦੀ ਸੀ। ਜੀ। ਸਾਡੇ ਪਿੰਡ ਸਮਤਾ ਸੈਨਿਕ ਦਲ ਦਾ ਹੈੱਡ ਆਫਿਸ ਸੀਗਾ। ਜੀ। ਇੱਥੋਂ ਜਲੂਸ ਜਿਹੜਾ ਨਾ ਆ ਰਹੇ, ਇਦਾਂ ਪੂਰੀ ਖਾਕੀ ਯੂਨੀਫਾਰਮਾਂ ਦੇ ਵਿੱਚ ਐਨ ਪੂਰਾ ਚੱਲਦਾ ਹੈ। ਜੀ। ਤੇ ਉੱਥੇ ਜਾਣੀ ਉਹ ਜਿਹੜਾ ਮੇਲਾ ਸੀ, ਪਹਿਲਾਂ ਮੇਰੇ ਪਿਤਾ ਜੀ ਮੈਨੂੰ ਮੋਢਿਆਂ ਤੇ ਰੱਖ ਕੇ ਉਹ ਦਿਖਾਉਂਦੇ ਰਹੇ ਮੇਲਾ। ਉਹਨੇ ਮੈਨੂੰ ਮੇਲੇ ਲੈ ਜਾਣਾ ਚੱਕ ਫਗਵਾੜੇ ਤੇ, ਤਾਂ ਮੋਢਿਆਂ ਤੇ ਉਹ ਮੇਲਾ ਮੈਨੂੰ ਦਿਖਾਉਂਦੇ ਰਹੇ। ਫਿਰ ਸਾਡੇ ਪਿੰਡ ਇੱਕ ਅਜੀਤ ਕੁਮਾਰ ਫੁਲਕਾ ਲੀਡਰ ਹੋਇਆ ਰਿਪਬਲਿਕਨ ਪਾਰਟੀ ਦਾ। ਜੀ। ਉਹ ਕੀ ਕਰਦਾ ਸੀਗਾ ਬਈ, ਉਹਨੇ ਸ਼ਾਮ ਨੂੰ ਅਸੀਂ ਦੁਪਹਿਰ ਨੂੰ ਪੜ੍ਹ ਕੇ ਆ ਜਾਂਦੇ ਸੀ, ਜਾਂ ਪੜ੍ਹ ਕੇ ਆ ਜਾਂਦੇ ਸੀ ਤਾਂ ਸ਼ਾਮ ਨੂੰ 4 ਵਜੇ ਉਹਨ ਸਾਨੂੰ 100 ਕੁ ਮੁੰਡੇ ਨੂੰ ਇਕੱਠਾ ਕਰ ਲੈਣਾ ਤੇ ਸਾਨੂੰ ਨੀਲਾ ਝੰਡਾ ਪੜ੍ਹਾ ਦੇਣਾ। ਅੱਛਾ ਜੀ। ਜਿਆਦਾ ਹੀ ਜਾਣੀ ਆ ਜੇ 5-5 6 ਸਾਲ ਦੇ। ਹਾਂਜੀ ਹਾਂਜੀ। ਉਹ ਨੀਲਾ ਝੰਡਾ ਫੜਾ ਦੇਣਾ ਤੇ ਲੈ ਕੇ ਹੁਣ ਪਿੰਡ 'ਚ ਪੂਰਾ ਨਗਰ ਕੀਰਤਨ ਕਰਨਾ ਉਹਨੇ। ਠੀਕ ਹੈ। ਤੇ 3 ਨਾਰੇ ਉਹ ਲਾਉਂਦਾ ਹੁੰਦਾ ਸੀ। ਅੱਛਾ ਜੀ। ਉਦੋਂ ਸਾਨੂੰ ਉਹਨਾਂ ਨਾਰਿਆਂ ਦੇ ਮਤਲਬ ਨਹੀਂ ਪਤਾ ਸੀ, ਪਰ ਨਾਰੇ ਸਾਨੂੰ ਉਦੋਂ ਦੇ ਹੁਣ ਤੱਕ ਯਾਦ ਆ। ਠੀਕ ਠੀਕ। ਪਹਿਲਾ ਨਾਰਾ ਉਹ ਅਜੀਤ ਕੁਮਾਰ ਫੁਲਕਾ ਇਹ ਲਾਉਂਦਾ ਹੁੰਦਾ ਸੀ ਬਈ, ਗਾਂਧੀ ਕੀ ਜਾਨ ਬਚਾ, ਨਹੀਂ, ਭਾਰਤੀ ਸੰਵਿਧਾਨ ਨਿਰਮਾਤਾ ਕੌਣ ਥੇ? ਅਸੀਂ ਕਹਿੰਦੇ ਸੀ ਡਾਕਟਰ ਅੰਬੇਡਕਰ। ਵਾਹ ਜੀ ਵਾਹ। ਭਾਰਤੀ ਸੰਵਿਧਾਨ ਨਿਰਮਾਤਾ ਕੌਣ ਸੇ? ਅਸੀਂ ਕਹਿੰਦੇ ਹੁੰਦੇ ਸੀ ਡਾਕਟਰ ਅੰਬੇਡਕਰ ਜੀ। ਦੂਜਾ ਉਹ ਨਾਰਾ ਲਾਉਂਦਾ ਹੁੰਦਾ ਸੀ, ਗਾਂਧੀ ਕੀ ਜਾਨ ਬਚਾਣੇ ਵਾਲੇ ਕੌਣ ਥੇ? ਅਸੀਂ ਕਹਿੰਦੇ ਸੀ ਡਾਕਟਰ ਅੰਬੇਡਕਰ। ਠੀਕ ਹੈ। ਤੀਸਰਾ ਨਾਰਾ ਉਹ ਇਹ ਲਾਉਂਦਾ ਹੁੰਦਾ ਸੀ ਬਈ, ਧਨ ਔਰ ਧਰਤੀ। ਤੀਸਰਾ ਨਾਰਾ ਉਹਨੇ ਇਹ ਲਾਉਣਾ ਵੀ ਧਨ ਔਰ ਧਰਤੀ, ਅਸੀਂ ਕਹਿਣਾ ਵੰਡ ਕੇ ਰਹਾਂਗੇ। ਵੰਡ ਕੇ ਰਹਾਂਗੇ। ਵਾਹ ਜੀ ਵਾਹ, ਕੀ ਬਾਤ ਹੈ। ਇਹ ਗੁਰਤੀ ਸਾਨੂੰ ਮਿਲ ਗਈ। ਠੀਕ ਠੀਕ। ਇਸ ਕਰਕੇ ਕਿਤਾਬਾਂ ਵੀ ਉਹਨੂੰ, ਉਹ ਸਾਡੀ ਸਕੂਲਿੰਗ ਵੀ ਕਰਦਾ ਹੁੰਦਾ, ਇਸ ਕਰਕੇ ਮੈਂ 8ਵੀਂ 'ਚ ਨਾਟਕ ਲਿਖ ਦਿੱਤਾ। ਹਾਂ, ਵਾਹ ਜੀ ਵਾਹ। 8ਵੀਂ 'ਚ ਪੜ੍ਹਦਿਆਂ ਫਿਰ ਜਦ ਮੈਂ ਕਾਲਜ ਗਿਆ ਤੇ ਮੈਂ ਬੋਲਣਾ ਜਾਣਦਾ ਸੀ, ਕਰਨਾ ਜਾਣਦਾ ਸੀ, ਤੇ ਉੱਥੇ ਮੈਨੂੰ ਕਾਲਜ 'ਚੋਂ ਨੇ ਜ਼ਿਲ੍ਹੇ ਦਾ ਪ੍ਰਧਾਨ ਬਣਾ ਦਿੱਤਾ। ਵਾਹ ਜੀ। ਫਿਰ ਅਸੀਂ ਬੜੇ ਅੰਦੋਲਨ ਕੀਤੇ ਉਸ ਵੇਲੇ। ਉਹ ਅੰਦੋਲਨ ਇਹਨੇ, ਇਹਦੇ ਵਿੱਚ ਸਾਰੇ ਆ ਜਿਹੜੀ ਸਾਡੀ ਜੀਵਨੀ ਆ, ਇਹ ਸਾਰੇ ਵਿਸਥਾਰ ਪੂਰਵਕ ਇਹਦੇ ਵਿੱਚ ਉਹ ਅੰਦੋਲਨ ਹੈਗੇ ਆ। ਠੀਕ ਹੈ। ਤੇ ਤੁਸੀਂ ਪੜ੍ਹਾਈ ਜਿਹੜੀ ਹੈ ਉਹ ਫਿਰ ਕਿੰਨਾ ਤੰਗੀਆਂ ਤੁਰਸ਼ੀਆਂ ਦੇ ਵਿੱਚੋਂ ਗੁਜ਼ਰਦਿਆਂ ਨੇ ਕੀਤੀ ਆ? ਹਾਂਜੀ, ਪਹਿਲਾਂ ਮੈਂ ਇਹ ਜਿਹੜੀ ਹੈਗੀ ਹੈ ਬਈ,
ਮਜ਼ਦੂਰੀ ਕਰਕੇ ਅੱਛਾ ਜੀ। ਕੀਤੀ ਹੈਗੀ ਆ। ਫਿਰ ਜਿਹੜੀ ਹੈ ਇੱਕ ਘਟਨਾ ਘਟੀ, ਅਸੀਂ 6ਵੀਂ 'ਚ ਫਗਵਾੜੇ ਲੱਗ ਗਏ ਪੜ੍ਹਨ। ਜਦ ਲੱਗ ਗਏ ਤੇ ਮੈਂ ਪੈਦਲ ਜਾਂਦਾ ਸੀ ਤੇ ਚੱਪਲ ਵੀ ਨਹੀਂ ਹੁੰਦੀ ਸੀ, ਤੇ ਅੱਜ ਕੱਲ੍ਹ ਧੁੱਦਲ ਇੰਨੀ ਗਰਮੀ ਦੇ ਵਿੱਚ ਤਪ ਜਾਂਦੀ ਸੀ, ਤਾਂ ਅਸੀਂ ਦੌੜ ਜਿਹੜੀਆਂ ਤਿੜਾਂ ਹੁੰਦੀਆਂ ਘਾਹ ਦੀਆਂ ਹਾਂਜੀ ਹਾਂਜੀ ਉਹਨਾਂ ਤੇ ਪੈਰ ਰੱਖਣੇ, ਹਾਂਜੀ ਜਾਂ ਉਸ ਰਾਹ ਦੇ ਉੱਤੇ ਆ ਜਿਹੜਾ ਬਿਰਕਾਂ ਤੋਂ ਰਾਹ ਜਾਂਦਾ ਹਾਂਜੀ ਉਹ ਅੱਕ ਹੁੰਦੇ ਸੀ ਉੱਤੇ, ਹਾਂ ਅਸੀਂ ਅੱਕਾਂ ਦੇ ਪੱਤੇ ਤੋੜ ਬੰਨਣੇ, ਚਲੇ ਜਾਂਦੇ, ਇਦਾਂ ਜਾ ਕੇ ਸਕੂਲੇ ਪਹੁੰਚਦੇ ਸੀ। ਫਿਰ ਜ਼ਿਮੀਂਦਾਰਾਂ ਦੇ ਮੁੰਡੇ ਵੀ ਜਾਂਦੇ ਹੁੰਦੇ ਸੀ। ਮੇਰਾ ਇੱਕ ਦੋਸਤ ਹਰਵਿੰਦਰ ਸਿੰਘ ਸੀਗਾ, ਜਿਹਨੇ ਫਗਵਾੜੇ ਜਿਹੜੇ ਹੁਣ ਹਵੇਲੀ ਪਿੰਡ ਬਿਰਕਾਂ 'ਚ ਬਣਾ ਰਿਹਾ, ਹਵੇਲੀ ਕਰਕੇ ਮਸ਼ਹੂਰ, ਆਹ ਬਿਲਡਿੰਗ ਉਹਨਾਂ ਦੀ ਸੀ, ਆ ਨਹਿਰ ਦੇ ਉੱਤੇ ਵੱਡੀ, ਠੀਕ ਹੈ ਜੀ, ਮਾਰਕੀਟ ਸੀ ਇੱਧਰ, ਠੀਕ ਹੈ ਜੀ, ਡਾਕਟਰ ਵਿਰਕ ਵੀ ਹੋਇਆ। ਠੀਕ ਹੈ ਜੀ। ਤੇ ਉਹ ਫਿਰ ਉਹ ਮੁੰਡਾ ਸਾਈਕਲ ਤੇ ਜਾਂਦਾ ਸੀ, ਉਹ ਫਿਰ ਥੋੜਾ ਉਹ ਭਾਰਾ ਸੀ, ਉਹ ਮੈਨੂੰ ਕਹਿੰਦਾ ਵੀ ਸੋਖੇ ਤੂੰ ਤੁਰ ਕੇ ਜਾਣਾ, ਵੀ ਤੂੰ ਸਾਈਕਲ ਤੇ ਮੇਰੇ ਨਾਲ ਚੱਲ ਜਾ ਕਰ। ਮੈਂ ਕਿਹਾ ਜੀ ਚੱਲ ਜਾ ਕਰਾਂਗੇ, ਕੋਈ ਨਹੀਂ। ਅੱਛਾ, ਪਰ ਕਹਿੰਦਾ ਤੈਨੂੰ ਚਲਾ ਕੇ ਲਿਜਾਣਾ ਪਊ, ਮਗਰ ਮੈਂ ਬੈਠੂ। ਆਹੋ ਉਹ ਭਾਰਾ ਸੀ, ਮੈਨੂੰ ਤਾਂ ਕਾਫੀ ਭਾਰਾ ਹੈ। ਤੇ ਚਲੋ ਅਸੀਂ ਲਿਜਾਂਦੇ ਰਹੇ। ਫਿਰ ਅਸੀਂ ਦੋਸਤੀ ਪੈ ਗਏ, ਫਿਰ ਅਸੀਂ ਪੜ੍ਹਨ ਲੱਗ ਪਏ। ਫਿਰ ਉਹਨਾਂ ਦੀਆਂ 2 ਕੋਠੀਆਂ ਸੀ, ਠੀਕ ਹੈ, ਇੱਦਾਂ ਪਿੰਡ 'ਚ। ਹੌਲੀ ਹੌਲੀ ਕਿਉਂਕਿ ਪੜ੍ਹਨਾ ਉਹਨਾਂ ਦੇ ਘਰੇ ਸੀ, ਉਹਨਾਂ ਦੇ ਪੱਖਾ ਵੀ ਸੀ, ਹੋਰ ਵੀ ਸੀ, ਹਾਂਜੀ ਹਾਂਜੀ ਉੱਥੇ ਪੜ੍ਹਨ ਲੱਗ ਪਏ। ਤੇ ਫਿਰ ਇੰਨੀ ਸਾਡੀ ਦੋਸਤੀ ਪੱਕੀ ਹੋ ਗਈ, ਤੇ ਸੌਣ ਵੀ ਉੱਥੇ ਵੀ ਪੜ੍ਹਨਾ, ਰਾਤ ਨੂੰ ਵੀ ਪੜ੍ਹਦੇ ਰਹਿਣਾ। ਹੌਲੀ ਹੌਲੀ ਉਹਨਾਂ ਨੇ ਮੈਨੂੰ ਪਰਿਵਾਰਕ ਮੈਂਬਰ ਹੀ ਬਣਾ ਲਿਆ। ਠੀਕ ਹੈ। ਤੇ ਪਰਿਵਾਰਕ ਮੈਂਬਰ ਹੀ ਜਦ ਬਣਾ ਲਿਆ ਤੇ ਚੱਲਦਾ ਰਿਹਾ, ਕੋਈ ਨਹੀਂ ਫਰਕ ਕੀਤਾ। ਉਹਦੀ ਰਵਿੰਦਰ ਸਿੰਘ ਦੀ ਬੇਬੇ ਜਿਹੜੀ ਉਹ ਮੈਨੂੰ ਸਮੇਂ ਵੱਧ ਪਿਆਰ ਕਰਦੇ ਸੀ, ਖਾਣ ਪੀਣ 'ਚ, ਖਰਚੇ ਪਾਚੇ 'ਚ ਕੋਈ ਨਹੀਂ। ਤੇ ਮੇਰਾ ਉੱਥੇ 2 ਸਾਲ ਬਹੁਤ ਵਧੀਆ ਨਿਕਲ ਗਏ, ਅਜੇ ਕਾਫੀ ਸਮਾਂ ਨਿਕਲ ਜਾਣਾ ਸੀ। ਪਰ ਇੱਕ ਉੱਥੇ ਇਹ ਆ ਵੀ ਉਹਨਾਂ ਦੇ ਇੱਕ ਟਿਊਸ਼ਨ ਪੜ੍ਹਾਉਣਾ ਹੁੰਦਾ ਸੀ ਜੀ, ਉਹ ਉੱਚ ਜਾਤੀ ਦਾ ਸੀ, ਹਾਂ, ਪ੍ਰੋਤ ਸੀਗਾ, ਵਾਦੀ ਬੰਦਾ, ਮਨੂਵਾਦੀ ਬੰਦਾ ਹੈ। ਉਹਨਾਂ ਆ ਕੇ ਜਦ ਦੇਖਿਆ ਤੇ ਬਈ ਇਹ ਮੈਂ ਪੈਸੇ ਲੈ ਕੇ ਪੜ੍ਹਾਉਂਦਾ ਹੈਗਾ, ਬਈ ਇਹ ਟੈਲੈਂਟ ਹੈਗਾ ਇਹਦੇ 'ਚ, ਤੇ ਇਹ ਇੰਟੈਲੈਕਚੁਅਲ ਟਾਈਪ ਦਾ ਮੁੰਡਾ, ਵੀ ਇਹਦੇ ਨੰਬਰ ਜ਼ਿਆਦਾ ਹੋਣੇ ਆ। ਤਾਂ ਘਰਦਿਆਂ ਨੂੰ ਸਵਾਲ ਇਹ ਖੜਾ ਕਰਨਾ ਹੀ ਆ, ਕਹਿਣਾ ਵੀ ਉਹ ਉੱਦਾਂ ਹੀ ਪੜ੍ਹਦਾ ਤੇ ਫੇ ਪਾਸ ਹੁੰਦਾ, ਇੰਨੇ ਨੰਬਰ ਲਿਜਾਂਦਾ, ਤੂੰ ਆ ਟਿਊਸ਼ਨਾਂ ਪੜ੍ਹਾਉਂਦਾ, ਤਾਂ ਗੱਲ ਕੀ ਹੈਗੀ ਹੈ। ਠੀਕ ਹੈ। ਉਹਨੇ ਫਿਰ ਦੇਖਿਆ ਵੀ ਇਹਨੂੰ ਚੱਲਦਾ ਕਰਾਈਏ ਇੱਥੋਂ, ਨਹੀਂ ਤਾਂ ਮੇਰਾ ਕੰਮ ਖਰਾਬ ਹੋ ਜਾਣਾ। ਅੱਛਾ, ਉਹਨਾਂ ਦੇ ਮਨ 'ਚ ਭਰਨਾ ਸ਼ੁਰੂ ਕਰਤਾ। ਪਹਿਲਾਂ ਹੀ ਰੋਟੀ ਇੱਕੋ ਪਲੇਟ 'ਚ ਖਾਂਦੇ, ਇਕੱਠੇ ਖਾਂਦੇ। ਉਹਨੇ ਉਹਨਾਂ ਦੇ ਮਨ 'ਚ ਨਫ਼ਰਤ ਪਾਉਣੀ ਸ਼ੁਰੂ ਕਰ ਦਿੱਤੀ। ਕਹਿੰਦੇ ਬਈ ਤੂੰ ਉਹਦੇ ਨਾਲ ਰੋਟੀ ਖਾਣਾ, ਤੂੰ ਉਹਦੇ ਨਾਲ ਸੌਂਦਾ ਹੈਗਾ, ਤੈਨੂੰ ਪਤਾ ਨਹੀਂ ਇਹ ਤਾਂ ਮੈਲਾ ਪੀਂਦੇ ਰਹੇ ਆ, ਇਹ ਤਾਂ ਮਰੇ ਡੰਗਰਾਂ ਦਾ ਮਾਸ ਖਾਂਦੇ ਰਹੇ ਆ, ਇਹਨਾਂ ਦੀਆਂ ਤਾਂ ਬੁੱਧੀ ਭ੍ਰਿਸ਼ਟ ਹੈਗੀ ਆ, ਤੇ ਤੇਰੀ ਤਾਂ ਬੁੱਧੀ ਭ੍ਰਿਸ਼ਟ ਹੋ ਜਾਣੀ ਹੈਗੀ ਆ, ਵੀ ਤੂੰ ਇਹਦੇ ਤੋਂ ਪਰੇ ਰਿਹਾ ਕਰ। ਉਹਦੇ ਮਨ 'ਚ ਨਫ਼ਰਤ ਭਰਤੀ। ਅਸੀਂ ਕਬੱਡੀ ਖੇਲ ਕੇ ਆਏ ਇੱਦਾਂ ਪਸੀਨੋ ਪਸੀਨੀ ਹੋਏ, ਤੇ ਉਹ ਬੀਜੀ ਕਹਿੰਦੇ ਬਈ ਸੋਖੇ ਪਹਿਲਾਂ ਰੋਟੀ ਖਾ ਲਓ, ਮੇਰਾ ਨਿਕਨੇਮ ਸੋਖਾ ਜੀ, ਸੰਤੋਖ ਲਾਲ ਮੇਰਾ ਪੂਰਾ ਨਾਮ, ਤੇ ਰੋਟੀ ਖਾ ਲਓ ਵੀ ਫੇਰ ਨਾ ਲਿਓ। ਚਲੋ ਅਸੀਂ ਉੱਠ ਬਹਿ ਗਏ, ਤੇ ਉਹਨੇ ਪਲੇਟ ਅਲੱਗ ਕਰ ਲਈ। ਉਹਨੂੰ ਕਿਹਾ ਵੀ ਬੀਜੀ ਨੇ ਵੀ ਕੀ ਗੱਲ, ਨਹੀਂ ਮੈਂ ਸਮਝ ਗਿਆ। ਮੈਂ ਜਦ ਸਮਝ ਗਿਆ ਤਾਂ ਮੈਂ ਵੀ ਨਹੀਂ ਫਿਰ ਖਾਧੀ ਨਹੀਂ। ਮੈਂ ਆ ਕੇ ਪੈ ਗਿਆ। ਜਦ ਪੈ ਗਿਆ ਤੇ ਫਿਰ ਮੈਨੂੰ ਨੀਂਦ ਕਿੱਥੋਂ ਆਵੇ। ਹਾਂਜੀ ਹਾਂਜੀ, ਮੈਨੂੰ ਫਿਰ 11 ਵਜੇ ਤੱਕ ਇੱਦਾਂ ਹੀ ਦੇ ਰਹੇ। ਮੈਂ ਕਿਹਾ ਸਾਨੂੰ ਬੰਦੇ ਹੀ ਨਹੀਂ ਸਮਝਦੇ ਸੀਗਾ। ਮੈਂ ਉਦੋਂ 18-19 ਸਾਲ ਦਾ ਹੀ, ਤੇ ਜਵਾਨ ਸੀ 17 ਸਾਲ ਦਾ ਹੀ, ਤੇ ਪੂਰੇ ਜਜ਼ਬਾਤਾਂ ਸੀ। ਹਾਂਜੀ ਹਾਂਜੀ, ਮੈਂ ਕਿਹਾ ਇਹ ਜ਼ਿੰਦਗੀ ਖਣੋ ਕੀ ਖੜਾ ਹੈਗਾ, ਇਹਨੂੰ ਤਾਂ ਮਰ ਜਾਣਾ ਚੰਗਾ, ਇਹ ਤਾਂ ਸਾਨੂੰ ਬੰਦੇ ਹੀ ਨਹੀਂ ਸਮਝਦੇ ਜੀ। ਮੈਂ ਚੱਕ ਕੇ ਚੱਦਰ ਚੱਕੀ, ਤੇ ਮੈਂ ਆ ਬੰਗਿਆਂ ਵਾਲੀ ਜਿਹੜੀ ਲੈਨ ਹੈ ਇੱਥੇ ਗੱਡੀਅਟ ਇਹਨੇ ਸਿਰ ਆ ਗਿਆ। ਜਾਂ ਆ ਗਿਆ ਤਾਂ ਮੈਂ ਉਹਨੂੰ ਉਹ ਜਿਹੜਾ ਫਾਟਕ 'ਤੇ ਹੁੰਦਾ ਇੱਥੇ, ਉਹਨੂੰ ਪੁੱਛਿਆ। ਉਹ ਕਹਿੰਦਾ ਗੱਡੀ ਤਾਂ 11 ਵਜੇ ਲਾਸਟ ਲੰਘ ਜਾਂਦੀ ਹੈਗੀ ਆ, ਤੇ ਹੁਣ ਤਾਂ ਸਵੇਰੇ 6 ਵਜੇ ਆਉਣੀ ਹੈ। ਲੰਘ ਗਈ। ਮੈਂ ਕਿਹਾ ਵੀ ਹੁਣ ਗੱਡੀ ਤਾਂ ਸਵੇਰੇ ਆਉਣੀ ਹੈ, ਸਵੇਰ ਤੱਕ ਕਿਹੜਾ ਇੰਤਜ਼ਾਰ ਕਰੂਗਾ। ਤੇ ਮੈਂ ਫਿਰ ਨਾ ਜਾ ਕੇ ਚੱਦਰ ਮੇਰੇ ਕੋਲੇ ਸੀ, ਮੈਂ ਜਾ ਕੇ ਟਾਊਨ ਹਾਲ 'ਚ ਉੱਥੇ ਪੈ ਗਿਆ ਚੱਦਰ ਉਹਦੇ, ਮੱਛਰ ਬਹੁਤ ਬੁਰਾ ਹਾਲ। ਤੇ ਫਿਰ ਇੱਦਾਂ ਹੀ ਮੈਨੂੰ ਫਿਰ ਢੋਲ-ਢੜਾਈ ਪੈ ਗਈ ਪਿੱਛੇ। ਜਦ ਢੋਲ-ਢੜਾਈ ਢੋਲ ਕੇ ਲੈ ਗਏ, ਇੱਦਾਂ ਹੀ ਲੈ ਗਏ। ਤੇ ਫਿਰ ਕਹਿੰਦੇ ਬਈ ਇਹ ਕੀ ਕੀਤਾ, ਬਈ ਅਸੀਂ ਉਹਨੂੰ ਉਠਾ ਦਿਆਂਗੇ, ਇੱਦਾਂ ਕਰ ਦਿਆਂਗੇ। ਮੈਂ ਕਹਿੰਦੇ ਮੈਂ ਫਿਰ ਜਿੱਥੇ ਡਾਕਟਰ ਅੰਬੇਡਕਰ ਲਾਇਬ੍ਰੇਰੀ ਸੀ ਸਾਡੇ ਪਿੰਡ, ਜਿਹੜੀ ਸਾਈਕਲਾਂ ਦੀ ਦੁਕਾਨ ਉਹਦੇ ਸਾਹਮਣੇ ਸਾਡਾ ਉਹ ਮੇਰੇ ਆ, ਮੈਂ ਫਿਰ ਉੱਥੇ ਆ ਕੇ ਝੁੱਗੀ ਪਾ ਲਈ, ਉੱਥੇ ਰਹਿਣ ਲੱਗ ਪਿਆ। ਤੇ ਰੋਟੀ ਪਾਣੀ ਮੈਂ ਆਪਣਾ
ਅੱਛਾ ਜੀ। ਘਰਦਿਆਂ 'ਚ ਮੈਂ ਘਰੋਂ 8ਵੀਂ 'ਚੋਂ ਹੀ ਨਿਕਲ ਗਿਆ ਸੀ ਅਸਲ 'ਚ। ਹਾਂ ਮੁੜ ਕੇ ਮੈਂ ਘਰ ਨਹੀਂ ਵੜਿਆ। ਅੱਛਾ 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 ਹਾਂ 8ਵੀਂ 'ਚ ਮੈਂ ਘਰ ਨੂੰ ਤਿਆਗ ਦਿੱਤਾ ਹੈ। ਠੀਕ ਠੀਕ ਘਰ ਦੇ ਕਹਿੰਦੇ ਸੀ ਵੀ ਤੂੰ ਹੁਣ 6ਵੀਂ 'ਚ ਹੀ ਜਿਹੜਾ ਹੈ ਨਾ, ਘਰ ਦੇ ਕਹਿੰਦੇ ਵੀ ਤੈਨੂੰ ਅੱਗੇ ਨਹੀਂ ਪੜ੍ਹਾ ਸਕਦੇ ਆਹ 8ਵੀਂ ਤੋਂ ਬਾਅਦ, ਵੀ ਤੂੰ ਹੁਣ ਕੋਈ ਕੰਮ ਸਿੱਖ ਲੈ, ਹਾਂ ਵੀ ਹੱਥ ਪਵਾਣਾ ਵੀ ਅਸੀਂ ਤੈਨੂੰ ਪੜ੍ਹਾ ਨਹੀਂ ਸਕਦੇ। ਹਾਂਜੀ ਹਾਂਜੀ ਮੇਰੇ ਕੋਲ ਮੈਨੂੰ 60 ਰੁਪਏ ਮਿਲ ਗਏ ਸੀ, ਪੌਣੇ 4 16 ਦਿਹਾੜੀਆਂ ਲੱਗੀਆਂ ਸੀ, ਠੀਕ ਹੈ। ਤੇ ਮੈਂ ਉਹਨਾਂ ਦਾਖਲਾ ਲੈ ਲਿਆ ਸੀ, ਹਾਂ ਤੇ ਇਸ ਕਰਕੇ ਅੱਗੇ ਮੈਂ ਲੱਗ ਗਿਆ ਸੀ 9ਵੀਂ 'ਚ। ਤੇ ਇਦਾਂ ਕਰਕੇ ਫਿਰ ਅੱਗੇ ਕਿਹੜੀ ਕਿਹੜੀ ਮਜ਼ਦੂਰੀ ਚੋਂ ਨਿਕਲਦਿਆਂ ਤੁਸੀਂ ਦੱਸਿਆ ਕਿ ਰਿਕਸ਼ਾ ਵੀ ਚਲਾਉਣਾ ਪਿਆ ਜਾਂ ਮਿਹਨਤ? ਫਿਰ ਬੀਏ ਮੈਂ ਇਦਾਂ ਕਰ ਗਿਆ। ਬੀਏ ਤੋਂ ਬਾਅਦ ਫਿਰ ਮੈਂ ਜਿਹੜਾ ਲੁਧਿਆਣੇ ਮੈਂ ਐਮਏ ਕਰਦਾ ਸੀ, ਤੇ ਉਸ ਐਮਏ ਦੇ ਦਰਮਿਆਨ 'ਚ ਹੀ ਇੱਥੇ ਵੀ ਇੱਕ ਚੰਨਾ ਰਾਮ ਨਾਂ ਦਾ 1979 ਦੀ ਗੱਲ ਹੈ ਜੀ ਤੇ ਉਦੋਂ ਅਜੇ ਕਾਂਚੀ ਰਾਮ ਜੀ ਦੀ ਲਹਿਰ ਨਹੀਂ ਆਈ ਸੀ। ਜੀ ਜੀ ਉਦੋਂ ਬਾਅਦ ਬੰਬ ਸਾਹਿਬ ਬਣਦੀ ਦਸੰਬਰ 'ਚ। ਜੀ ਇਹ ਗੱਲ ਹੈਗੀ ਆ, ਇਹ ਜਿਹੜਾ ਆ ਮੇਲਾ ਲੱਗਦਾ ਇੱਕ ਹਾਲ ਹਾਂਜੀ, ਉਸ ਦੀ ਆ। ਜੀ ਤੇ ਉਹ ਬੰਦਾ ਉਹਨੇ ਕੁੱਟ ਕੇ ਪੁਲਿਸ ਵਾਲਿਆਂ ਨੇ ਮਾਰਤਾ। ਚੰਨਾ ਰਾਮ ਸੀ ਉਹਦਾ ਨਾਮ। ਤੇ ਅਸੀਂ ਕਾਲਜ ਦੇ ਵਿੱਚ ਸੀਗਾ, ਮੈਂ ਆਗੂ ਸੀਗਾ, ਮੈਨੂੰ ਮੁੰਡਿਆਂ ਨੇ ਦੱਸਿਆ, ਤੇ ਉਹਨੇ ਲਾਸ਼ ਇੱਥੇ ਆ ਜਿਹੜਾ ਹਾਇਰ ਪੈਲੇਸ ਹੈ ਇੱਥੇ ਸਿੱਟ ਦਿੱਤੀ। ਤੇ ਅਸੀਂ ਫਿਰ ਥਾਣੇ ਨੂੰ ਘੇਰਿਆ। ਥਾਣੇ ਨੂੰ ਘੇਰ ਕੇ ਬਹੁਤ ਉੱਥੇ ਜਾਣੀ 5000 ਦੇ ਕਰੀਬ ਮੁੰਡਾ ਸੀ ਅਸੀਂ ਸਟੂਡੈਂਟ, 5000 ਜਾਣੀ ਇੱਥੋਂ ਲੈ ਕੇ ਟਾਊਨ ਹਾਲ ਤੋਂ ਲੈ ਕੇ ਤੇ ਉਧਰੋਂ ਸਬਜ਼ੀ ਮੰਡੀ ਜਿਹੜੀ ਉਹ ਤੋਂ ਪਰੇ ਤੱਕ ਦੁਨੀਆ ਸੀ ਸਾਰੀ। ਠੀਕ ਫਿਰ ਉਹਨੇ ਬਾਹਰੋਂ ਫੋਰਸਾਂ ਮੰਗਾ ਕੇ ਸਾਥੇ ਗੋਲਾਬਾਰੀ ਕੀਤੀ। ਅੱਛਾ ਹੋਰ ਕੀਤੀ। ਫਿਰ ਉਹਨੇ ਮੇਰੇ 'ਤੇ ਕੇਸ ਬਹੁਤ ਪਾਤੇ। ਠੀਕ 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 ਉਹਨੇ ਇੰਨੇ ਮੇਰੇ 'ਤੇ ਕੇਸ ਪਾਤੇ ਬਈ ਕਈ ਤਰ੍ਹਾਂ ਦੇ ਮੇਰੇ, ਤੇ ਹੋਰ ਉਹਨਾਂ ਨੇ ਸਾਡਾ ਘਰ ਢਾਹ ਦਿੱਤਾ, ਤੇ ਸਾਡੇ ਬਾਪ ਉਹਨਾਂ ਨੂੰ ਬੜਾ ਟੌਰਚਰ ਲੈ ਕੇ ਗਏ ਕੀਤਾ, ਪਰ ਮੈਂ ਉਹਨਾਂ ਦੇ ਹੱਥ ਨਹੀਂ ਆਇਆ। ਉਦੋਂ ਦਲਿਤ ਪੈਂਥਰ ਲਹਿਰ ਆ ਚੁੱਕੀ ਸੀ। ਅੱਛਾ ਜੀ। ਦਲਿਤ ਪੈਂਥਰ ਲਹਿਰ 72 'ਚ 1 ਜੁਲਾਈ 1972 ਨੂੰ ਪੈਦਾ ਹੋਈ ਹੈ। ਠੀਕ ਹੈ ਜੀ। ਉਹਦੀ ਵੀ ਬੜੀ ਰੌਚਕ ਕਹਾਣੀ ਫਿਰ ਆਪਾਂ ਕਿਤੇ ਬਿਲਕੁਲ ਜੀ ਸੁਣਾਵਾਂਗੇ, ਉਹ ਲਹਿਰ ਕਿਉਂ ਸ਼ੁਰੂ ਹੋਈ। ਬਿਲਕੁਲ ਬਿਲਕੁਲ ਉਹਦੇ ਵਿੱਚ ਫਿਰ ਮੈਨੂੰ ਜਿਹੜਾ ਸੀਗਾ ਉਹਨੇ ਦਿੱਲੀ ਸਾਡਾ, ਕਿਉਂਕਿ ਮੈਂ ਲੀਡਰ ਬਣ ਗਿਆ ਸੀ ਇੱਥੇ ਵੀ, ਤੇ ਦਿੱਲੀ ਸਾਡੇ ਜਿਹੜੇ ਇੱਥੇ ਮਹਾਰਾਸ਼ਟਰ ਤੇ ਗੁਜਰਾਤ ਦੇ ਆ ਜਿਹੜਾ ਅੱਜ ਕੱਲ੍ਹ ਸੈਂਟਰ ਦਾ ਮਿਨਿਸਟਰ ਹੈ ਰਾਮਦਾਸ ਅਠਵਾਲੇ, ਹਾਂਜੀ, ਇਹ ਦਲਿਤ ਪੈਂਥਰ ਦਾ ਉੱਥੇ ਦਾ ਮਹਾਰਾਸ਼ਟਰ ਦਾ ਪ੍ਰੈਜ਼ੀਡੈਂਟ ਸੀ, ਮੈਂ ਪੰਜਾਬ ਦਾ ਸੀ। ਠੀਕ ਹੈ ਜੀ। ਇਹ ਫੇ ਆਏ ਤੇ ਹੋਰ ਵੀ ਵੱਡੇ ਵੱਡੇ ਲੀਡਰ ਆਏ, ਹਾਂਜੀ, ਤੇ ਆ ਕੇ ਮਰਾਰਜੀ ਦੇਸਾਈ ਉਦੋਂ ਪ੍ਰਧਾਨ ਮੰਤਰੀ ਸੀ ਜੀ, ਉਹਨਾਂ ਨੂੰ ਮਿਲੇ। ਉਹ ਪ੍ਰਧਾਨ ਮੰਤਰੀ ਨੂੰ ਮਿਲੇ ਤਾਂ ਉਹਨੂੰ ਦੱਸਿਆ ਵੀ ਬੰਦਾ ਤਾਂ ਪੁਲਿਸ ਨੇ ਮਾਰਿਆ। ਹਾਂ, ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਵੀ ਸੀ ਜੀ ਉਸ ਜੀ ਵੇਲੇ ਪੰਜਾਬ 'ਚ। ਉਹਨੇ ਫੇਰ ਨਾ ਕੀਤੀ ਵੀ ਤੁਸੀਂ ਕਿੱਦਾਂ ਵੀ ਬੰਦਾ ਤਾਂ ਪੁਲਿਸ ਨੇ ਮਾਰਿਆ, ਕੇਸ ਤੁਸੀਂ ਇਹ 'ਤੇ ਪਾਤੇ ਹੈਗੇ ਆ। ਉਹ ਫਿਰ ਸਾਰੇ ਕੇਸ ਜਿਹੜੇ ਉਹਨੇ ਇਹਨਾਂ ਦੇ ਉੱਤੇ ਪਾਏ, ਜਿਹੜੇ ਪੁਲਿਸ ਵਾਲੇ ਅੰਦਰ ਕੀਤੇ, ਉਹਨਾਂ ਨੂੰ ਸਜ਼ਾਵਾਂ ਹੋਈਆਂ, ਤੇ ਸਾਨੂੰ ਇਹ ਚਿੱਠੀ ਜਿਹੜੀ ਆ ਪ੍ਰਧਾਨ ਮੰਤਰੀ ਦੀ ਇਹਦੇ ਵਿੱਚ ਲੱਗੀ ਹੋਈ ਹੈਗੀ, ਇਸ ਬੁੱਕ 'ਚ ਤੁਹਾਨੂੰ ਕੱਢ ਕੇ ਦਿਖਾ ਹਾਂਜੀ, ਦਿਆਂਗੇ ਹਾਂਜੀ, ਬਿਲਕੁਲ। ਤੇ ਉਹ ਚਿੱਠੀ ਜਿਹੜੀ ਆ ਭੇਜ ਦਿੱਤੀ ਵੀ ਸਾਰੇ ਕੇਸ ਵਾਪਸ ਹੋਏ। ਫਿਰ ਠੀਕ ਤਾਂ ਹੈ। ਫਿਰ ਮੈਂ ਆ ਕੇ ਇੱਥੋਂ ਵਕਾਲਤ ਕਰਨ ਚਲ ਗਿਆ। ਅੱਛਾ, ਫਿਰ ਵਕਾਲਤ ਹਾਂ, ਸ਼ੁਰੂ ਫਿਰ ਮੈਂ ਵਕਾਲਤ ਕਰਨ ਚਲ ਗਿਆ, ਤੇ ਠੀਕ, ਉੱਥੇ ਫਿਰ ਕਿਉਂਕਿ ਸਾਧਨ ਕੋਈ ਨਹੀਂ ਸੀ, ਪੈਸਾ ਕੋਈ ਨਹੀਂ ਸੀ ਕੋਲ, ਤੇ ਉਹਦੀ ਵੀ ਬੜੀ ਰੌਚਕ ਕਹਾਣੀ ਆ, ਕਿਸੇ ਉਹਨੂੰ ਲੰਬੀ ਫੇਰ ਕਰਾਂਗੇ। ਤੇ ਇਹ ਜਿਹੜਾ ਜਦੋਂ ਤੁਸੀਂ ਵਕਾਲਤ ਕਰਨ ਮੈਂ ਲੱਗੇ ਰਿਕਸ਼ਾ ਬਾਹੰਦਾ ਸੀ। ਰਿਕਸ਼ਾ, ਅੱਛਾ, ਇਹ ਰਿਕਸ਼ੇ ਦੀ ਵੀ ਬੜੀ ਰੌਚਕ ਕਹਾਣੀ ਹੈ। ਹਾਂ। ਸਾਡੇ ਦਲਿਤ ਪੈਂਥਰ ਦਾ ਪ੍ਰਧਾਨ ਸੀ ਉੱਥੇ, ਇਹ ਭੱਠਾ ਮਜ਼ਦੂਰਾਂ ਦਾ, ਉਹ ਦਿੱਲੀ ਦੇ ਦੁਆਲੇ 400 ਭੱਠਾ ਸੀ ਉਦੋਂ। ਜੀ ਜੀ ਉਹ ਭੱਠਿਆਂ ਦੀ ਸਾਡੀ ਯੂਨੀਅਨ ਸੀ, ਦਲਿਤ ਪੈਂਥਰ ਭੱਠਾ ਮਜ਼ਦੂਰ ਯੂਨੀਅਨ। ਜੀ ਜੀ ਉਹਦਾ ਉਹ ਆਗੂ ਸੀ ਮਨੀ ਰਾਮ ਸੀ ਉਹਦਾ ਨਾਮ, ਜੀ, ਤੇ ਉਹਦਾ ਪੈਰ ਤੋਂ ਥੋੜਾ ਪੋਲੀਓ ਸੀ ਉਹਨੂੰ ਹੋਇਆ, ਤੇ ਮੈਂ ਉਹਦੇ ਕੋਲ ਗਿਆ, ਉਹਨੂੰ ਕਿਹਾ ਵੀ ਇਦਾਂ ਕਰ। ਉਹ ਝੁੱਗੀਆਂ 'ਚ ਹੀ ਰਹਿੰਦਾ ਸੀ, ਮੈਨੂੰ ਵੀ ਝੁੱਗੀਆਂ 'ਚ ਹੀ ਰੱਖਿਆ। ਫਿਰ ਮੈਂ ਕਿਹਾ ਮੇਰਾ ਦਾਖਲਾ ਤਾਰਨਾ ਆਇਆ, ਮੈਨੂੰ ਨੋਟਿਸ ਇੱਥੇ ਲਾ ਦਾ, ਮੇਰਾ ਨੰਬਰ ਆ ਗਿਆ ਹੈਗਾ ਮੈਰਿਟ 'ਚ। ਤੇ ਉਹ ਕਹਿੰਦਾ ਮੈਂ ਕੋਈ ਸਰਮਾਦਾਰ ਹੈ। ਮੈਂ ਕਿਹਾ ਵੀ ਫਿਰ ਤੂੰ ਵੀ ਮੈਂ ਦਾਖਲਾ ਤਾਂ ਮੇਰੀ ਤਰੀਕ ਲੰਘ ਗਈ, ਤਾਂ ਫਿਰ ਹਾਂਜੀ, ਹੁਣ ਮੇਰਾ ਹੋਰ ਤੱਕ ਉਦੋਂ ਕੋਈ ਸੀਗਾ ਹੀ ਨਹੀਂ, ਘਰੋਂ ਮੈਂ ਬਾਗੀ ਸੀ, ਘਰੋਂ ਬਾਹਰ ਸੀ। ਜੀ ਹੋਰ ਕੋਈ ਮੇਰਾ ਸਾਧਨ ਹੀ ਨਹੀਂ ਸੀਗਾ। ਤੇ ਹੁਣ ਕੋਈ ਪਲੂਨ ਬਣਾ ਕੇ ਮੈਨੂੰ ਇੱਦਾਂ ਰਿਕਸ਼ੇ 'ਚ ਬਾਹਰ ਕੇ ਲੈ ਗਿਆ ਇੱਕ ਹਸਪਤਾਲ ਦੇ ਵਿੱਚ। ਅੱਛਾ ਜੀ, ਹਾਂ, ਉੱਥੇ ਮੈਨੂੰ ਲੰਮਾ ਪਾਇਆ, ਉਹਨੇ ਮੇਰਾ ਖੂਨ ਲਿਆ ਹੈਗਾ, ਤੇ ਬਾਅਦ 'ਚ ਜਦੋਂ ਉੱਥੇ ਕਾਫੀ ਦੇਰ ਘੰਟਾ ਪਾਈ ਰੱਖਿਆ ਮੈਨੂੰ, ਤੇ 500 ਰੁਪਇਆ ਦੇ ਦਿੱਤਾ ਵੀ ਹਾਲ 400 ਉਸ ਵੇਲੇ ਕਿੰਨੇ ਰੁਪਏ ਸੀਗੇ 36 ਜਮਾ ਮੇਰੀ ਫੀਸ ਦੀ ਸਾਰੀ। ਉਹ ਫਿਰ ਮੈਂ ਉੱਥੇ ਇੱਦਾਂ ਦਾਖਲਾ ਲਿਆ ਹੈਗਾ। ਤੇ ਫਿਰ ਉਹ ਉੱਥੇ ਹੀ ਸੌਂਦੇ ਹੁੰਦੇ ਸੀ, ਉੱਥੇ ਹੀ ਇੱਕ ਬੁੜੀ ਰੋਟੀਆਂ ਬਣਾਉਂਦੀ ਹੁੰਦੀ ਸੀ, ਅਰਬੀ ਉਹਨੂੰ ਪਾਣੀ 'ਚ ਬਣਾਉਣੀ ਲੂਣ ਪਾ ਕੇ, 4 ਰੋਟੀਆਂ ਦੇਣੀਆਂ 1 ਰੁਪਏ ਦੀਆਂ, 4 ਰੋਟੀਆਂ ਸੀ ਉਹੀ ਖਾ ਕੇ ਉੱਥੇ ਝੁੱਗੀਆਂ 'ਚ ਪੈ ਜਾਣਾ। ਤੇ ਫਿਰ ਮੈਂ ਬੋਲਣ ਚੱਲਣ 'ਚ ਸੀਗਾ ਮਾਹਰ। ਤਾਂ ਅੱਜ ਕੱਲ੍ਹ ਜਿਹਦੇ ਬੱਸਾਂ 'ਚ ਸ਼ੇਰ ਲਿਖੇ ਆ ਨਾ ਸਾਰੇ,
ਉਹਦਾ ਨਾਂ ਹੈਗਾ ਆ, ਬਹੁਤ ਮਸ਼ਹੂਰ ਆ ਉਹ ਸ਼ਾਇਰ। ਹਾਂਜੀ ਸਾਰੀਆਂ ਬੱਸਾਂ 'ਚ ਉਹਦੇ ਥੱਲੇ ਉਹਦਾ ਨਾਂ ਲਿਖਿਆ ਹੁੰਦਾ। ਆ ਮੇਰੇ ਨਾਲ ਫੋਟੋ ਇਹਦੇ ਵਿੱਚ ਹਾਂਜੀ, ਮੇਰੇ ਉਹਦੇ ਨਾਲ ਫੋਟੋ ਹੈਗੇ ਠੀਕ ਆ ਹੈ ਜੀ, ਸਾਡੇ। ਬਿਲਕੁਲ ਦਿਖਾਉਂਦੇ ਜੀ, ਸਕਰੀਨ ਤੇ ਦਿਖਾਵਾਂਗੇ। ਹਾਂ, ਇਹਦੇ ਵਿੱਚ ਫੋਟੋ ਹੈਗੇ ਆ ਜੀ ਉਹ ਉਰਦੂ ਦਾ ਹੈੱਡ ਆਫ ਦੀ ਡਿਪਾਰਟਮੈਂਟ ਸੀ ਜੀ ਸਾਡੇ ਯੂਨੀਵਰਸਿਟੀ ਦੇ ਵਿੱਚ। ਜਿਹੜਾ ਜੇ ਜੁਡੀਸ਼ੀਅਲ ਅਫਸਰ ਬਣਨਾ ਨਾ, ਉਹਦੇ ਲਈ ਉਰਦੂ ਪੜ੍ਹਨਾ ਜ਼ਰੂਰੀ ਆ ਉੱਧਰ, ਕਿਉਂਕਿ ਜੀ। ਯੂਪੀ 'ਚ ਮੁਸਲਮਾਨ ਵੀ ਆ, ਹੋਰ ਵੀ ਆ। ਜੀ ਜੀ ਤੇ ਉਹ ਉੱਥੇ ਮੈਂ ਉਰਦੂ ਵੀ ਪੜ੍ਹਦਾ ਸੀ ਜੀ ਤੇ ਮੈਂ ਪੜ੍ਹਨ 'ਚ ਹੁਸ਼ਿਆਰ ਸੀ, ਤੇ ਉਹ ਇਦਾਂ ਹੀ ਇਸ ਕਰਕੇ ਲੀਡਰ ਵੀ ਸੀਗਾ ਮੈਂ। ਉੱਥੇ ਵੀ ਬੜੀ ਅਲੱਗ ਕਹਾਣੀ, ਪੰਜਾਬੀਆਂ ਨੂੰ ਉੱਥੇ ਕੋਈ ਜਿਹੜਾ ਕੋਈ ਬਹੁਤ ਛੂਆ-ਛਾਤ ਕਰਦੇ ਸਾਰੇ ਪੰਜਾਬੀਆਂ ਨੂੰ ਵੀ। ਉਹਨਾਂ ਨੂੰ ਕੋਈ ਉੱਥੇ ਬਾਕੀ ਜਿਹੜੇ ਪੁਰਾਣੇ ਹੋਸਟਲ ਸੀਗੇ, BNM ਹੋਸਟਲ ਸਭ ਤੋਂ ਏ ਕਲਾਸ ਦੀ ਮਾਡਰਨ ਸੀ, ਪਰ ਉੱਥੇ ਉੱਚ ਜਾਤੀਆਂ ਨੂੰ ਦਿੰਦੇ ਸੀ, ਕਿਸੇ ਪੰਜਾਬੀ ਨੂੰ, ਸਿੱਖ ਨੂੰ ਜਾਂ ਦਲਿਤ ਨੂੰ। ਦਲਿਤ ਦਾ ਤਾਂ ਸਵਾਲ ਹੀ ਨਹੀਂ, ਉਹ ਤਾਂ ਪੰਜਾਬੀ ਸਿੱਖਾਂ ਨੂੰ ਨਹੀਂ ਦਿੰਦੇ ਸੀ। ਅੱਛਾ ਅਸੀਂ ਵੀ ਉੱਥੇ ਸ਼ੇਰੇ ਪੰਜਾਬ ਯੂਨੀਅਨ ਬਣਾਈ, ਜੀ ਮੈਂ ਉਹਦਾ ਜਨਰਲ ਸੈਕਟਰੀ ਸੀ। ਆ ਬਰਾੜ ਜਿਹੜਾ ਉਹ ਪ੍ਰਧਾਨ ਸੀ, ਤੇ ਉਹ ਵੀ ਫੋਟੋ ਹੈਗੇ ਇਹਦੇ 'ਚ, ਰਿਕਾਰਡ ਉਹ ਵੀ ਹੈਗਾ ਸਾਰਾ ਹੀ। ਜੀ। ਉਹ ਹੈਗਾ ਸੀ ਵਿੱਚ ਦਿੱਤਾ। ਜੀ ਤੇ ਉਹ ਫਿਰ ਇਦਾਂ ਕਰਕੇ ਉੱਥੇ ਵੀ ਬੜੀ ਜਿਹੜੀ ਰੌਚਕ ਕਹਾਣੀ ਹੈਗੀ ਆ। ਤੇ ਉਹ ਜਦੋਂ ਮੈਂ ਨਾ ਰਾਤ ਨੂੰ ਰਿਕਸ਼ਾ ਚਲਾਉਂਦਾ ਸੀ, ਤਾਂ ਉਹ ਮੁਸ਼ਾਇਰਾ ਕਰਕੇ ਕਿਤੇ ਉਹ ਆਇਆ ਤੇ ਉਹਨੇ ਕਿਹਾ ਬਈ ਇਦਾਂ ਹੀ, ਮੈਂ ਹੁਣ ਬੈਗ ਸੀ ਉਹਦੇ 'ਚ ਇਦਾਂ ਟੈਚੀ ਜਿਹਾ ਤੇ ਇਦਾਂ। ਮੈਂ ਕਿਹਾ ਜੀ ਕਿੱਥੇ ਜਾਣਾ? ਕਹਿੰਦਾ ਲਾਲ ਕੁੜਤੀ। ਮੈਂ ਕਿਹਾ ਲਿਆ, ਮੈਂ ਚੱਕਿਆ, ਬਹਿ ਗਿਆ ਜਾਂ ਬਹਿ ਗਿਆ ਤੇ ਚੱਲ ਗਿਆ ਤਾਂ ਮੈਂ ਉਹਦਾ ਟੈਚੀ ਅੰਦਰ ਰੱਖਣ ਗਿਆ, ਤਾਂ ਉਹਨਾਂ ਦੇ ਥੋੜ੍ਹੇ ਜਿਹੇ ਦਰਵਾਜ਼ੇ ਨੀਵੇਂ ਹੁੰਦੇ ਮੁਸਲਮਾਨਾਂ ਦੇ। ਹਾਂਜੀ ਹਾਂਜੀ ਹੈਂ, ਮੈਂ ਇੱਦਾਂ ਮਧੇਰ ਮਾਰਿਆ ਸੀ, ਮੇਰਾ ਉਹ ਵੱਜਾ ਉੱਤੇ ਸਿਰ ਤੇ, ਉਹ ਲੈ ਗਿਆ। ਜਦ ਲੈ ਗਿਆ ਤਾਂ ਮੇਰੇ ਹੁਣ ਜਦ ਬਾਲ ਦੇਖਿਆ ਇੱਦਾਂ ਹੀ ਸੀ ਉਦੋਂ, ਜਾਣੀ ਮੇਰੇ ਬਾਲ ਇੱਦਾਂ ਹੀ ਆ, ਪਹਿਲਾਂ ਤੋਂ ਹੀ ਮੇਰੇ ਬਾਲ ਇੱਦਾਂ ਹੀ। ਠੀਕ ਹੈ ਜੀ। ਉਹ ਅਜੇ ਵੀ ਸੇਮ ਹੀ ਆ। ਠੀਕ ਹੈ। ਉਹ ਕਹਿੰਦਾ ਤੂੰ ਤਾਂ ਫਿਰਦੀ ਆ? ਮੈਂ ਕਿਹਾ ਹਾਂ। ਕਹਿੰਦਾ ਤੂੰ ਇਹ ਕਿਹੜਾ ਕੰਮ ਕਰਦਾ? ਮੈਂ ਕਿਹਾ ਜੀ ਮੇਰਾ ਕੋਈ ਸਾਧਨ ਹੀ ਨਹੀਂ, ਮੇਰਾ ਹੋਰ ਕੋਈ ਸਾਧਨ ਹੀ ਨਹੀਂ ਹੈ, ਮੈਂ ਰਿਕਸ਼ਾ ਚਲਾ ਕੇ ਹੀ ਸਾਰਾ। ਕਹਿੰਦਾ ਇਹ ਨਾ ਕੰਮ ਕਰ, ਤੂੰ ਐਡਾ ਲੀਡਰ ਆ। ਕਹਿੰਦਾ ਸਾਰਾ ਯੂਨੀਵਰਸਿਟੀ, ਸਾਰਾ ਵਾਈਸ ਚਾਂਸਲਰ ਸਾਰੀ ਤੇਰੀ ਇੱਜ਼ਤ ਕਰਦੇ ਆ, ਤੂੰ ਕਿੰਨੇ ਇੱਥੇ ਮੋਰਚੇ ਪੰਜਾਬੀਆਂ ਦੇ ਲੜੇ ਹੈਗੇ ਆ, ਕੋਈ ਸਿੱਖਾਂ ਨੂੰ ਹੋਰਨਾਂ ਨੂੰ ਕੋਈ ਹੋਸਟਲ 'ਚ ਦਾਖਲਾ ਨਹੀਂ ਦਿੰਦਾ ਸੀ, ਤੇ ਤੂੰ ਦਵਾਏ ਹੈਗੇ ਆ ਵੀ ਤੂੰ ਇਹ ਨਾ ਕੰਮ। ਮੈਂ ਕਿਹਾ ਜੀ ਮੈਂ ਕਰਾਂ ਕੀ? ਕਹਿੰਦਾ ਤੂੰ ਟਿਊਸ਼ਨ ਪੜ੍ਹਾ। ਅੱਛਾ। ਮੈਂ ਕਿਹਾ ਜੀ ਪੜ੍ਹਾਊਂ ਕਿੱਥੇ? ਮੈਂ ਕਿੱਥੇ ਪੜ੍ਹਾਊਂਗਾ ਦੱਸੋ? ਹੋਸਟਲ 'ਚ ਨਹੀਂ ਇਹ ਗੱਲ ਹੋ ਸਕਦੀ ਹੈਗੀ, ਕਿੱਦਾਂ ਕੁੜੀਆਂ ਮੁੰਡੇ ਆਉਣਗੇ? ਹਾਂਜੀ ਹਾਂਜੀ। ਕਹਿੰਦਾ ਤੂੰ ਇਦਾਂ ਕਰ, ਮੇਰੇ ਇੱਧਰ ਆ ਬਰਾਂਡੇ 'ਚ ਪੜਾਇਆ ਕਰ। ਅੱਛਾ, ਬਰਾਂਡਾ ਦੇ ਦਿੱਤਾ? ਹਾਂ ਦੇ ਦਿੱਤਾ। ਤੇ ਮੈਨੂੰ ਫਿਰ ਉਹ ਪੈਸੇ ਦੇਣ ਉਹਨਾਂ ਤੋਂ ਦਵਾਉਣ ਲੱਗ ਪਿਆ। ਤੇ ਮੈਨੂੰ ਕਹਿੰਦਾ ਤੂੰ ਹੋਸਟਲ 'ਚ ਰਹਿ। ਠੀਕ 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 ਠੀਕ, ਗੁੱਡ ਹੋ ਗਿਆ। ਹੋਸਟਲ 'ਚ ਰਹਿ, ਪਹਿਲਾਂ ਮੈਂ ਝੁੱਗੀਆਂ 'ਚ ਹੀ ਰਹਿੰਦਾ ਸੀ। ਠੀਕ 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 ਠੀਕ। ਫਿਰ ਮੈਨੂੰ ਕਹਿੰਦਾ BNM ਹੋਸਟਲ 'ਚ ਜਾਈਂ, ਬ੍ਰਿਜਨਾਥ ਮਿੱਠਲ ਉਹਦਾ ਪੂਰਾ ਨਾਂ ਆ। ਠੀਕ ਹੈ। ਮੈਂ ਚਲੋ ਉੱਥੇ, ਕਹਿੰਦਾ ਉਹ ਨਵਾਂ ਆ, ਵਧੀਆ ਹੈ। ਉੱਦਾਂ ਉੱਥੇ ਮੁਸਲਿਮ ਹੋਸਟਲ ਵੀ ਸੀ, ਹੋਰ ਵੀ ਸੀ, 7 ਹੋਸਟਲ ਆ ਜੀ। ਤੇ ਮੈਂ ਉੱਥੇ ਗਿਆ, ਡਾਕਟਰ ਤਮਿਤੀਆ ਕਰਕੇ ਉਹਦੇ ਇੰਚਾਰਜ ਸੀਗੇ, ਵਾਰਡਨ ਜੀ। ਮੈਂ ਉਹਨੂੰ ਜਾ ਕੇ ਕਿਹਾ ਜੀ ਮੈਂ ਹੋਸਟਲ 'ਚ ਦਾਖਲਾ ਲੈਣਾ, ਤੇ ਫਾਰਮ ਮੈਂ ਉਹਨੂੰ ਭਰ ਕੇ ਦੇ ਦਿੱਤਾ। ਫਾਰਮ ਤਾਂ ਕਾਲਜ 'ਚ ਵੀ ਮਿਲਣਾ ਹੀ ਸੀ ਉੱਥੋਂ। ਜਦ ਇੱਥੇ ਕਹਿੰਦਾ ਜਾਤ, ਵਾਰਡਨ ਮੈਨੂੰ ਕਹਿੰਦਾ ਜਾਤ। ਮੈਂ ਕਿਹਾ ਜੀ ਲਿਖਿਆ ਹੈ ਵੀ ਇਨਸਾਨੀਅਤ ਹੈ ਸਾਡੀ ਜਾਤ। ਧਰਮ, ਮੈਂ ਕਿਹਾ ਉਹ ਵੀ ਇਨਸਾਨੀਅਤ। ਉਹ ਹੁਣ ਇਹ ਸੀ ਵੀ ਹਿੰਦੂ ਮੁਸਲਮਾਨ ਸਿੱਖ ਜੋ ਵੀ ਲਿਖੂਗਾ ਹੀ। ਹਾਂ ਲਿਖੂਗਾ। ਮੈਂ ਕਿਹਾ ਜੀ ਇਹ ਉਹਨੇ ਮੇਰਾ ਫਾਰਮ ਚੱਕ ਕੇ ਮਾਰਿਆ, ਏਦਾਂ ਮਾਰਿਆ ਪੁਆ ਕੇ। ਡਾਕਟਰ ਪਤੀ ਨੇ ਇਹਦੇ ਵਿੱਚ ਪੂਰੀ ਕਹਾਣੀ ਲਿਖੀ ਆ ਮੇਰੀ ਜੀਵਨੀ 'ਚ। ਇਹ ਜਦ ਮਾਰਿਆ ਤੇ ਕਹਿੰਦਾ ਅਜੇ ਵਕਾਲਤ ਪੜ੍ਹਨੀ ਸ਼ੁਰੂ ਕੀਤੀ, ਤੇ ਕਹਿੰਦਾ ਹੁਣੇ ਤੂੰ ਵਕਾਲਤ ਕਰਨ ਲੱਗ ਪਿਆ ਹੈ ਨਾ? ਅੱਛਾ। ਹੈਂ, ਧਰਚਾ ਕਹਿੰਦਾ ਇੱਥੋਂ ਮੈਨੂੰ ਹੁਣ ਪਿਆ। ਮੈਂ ਫਿਰ ਮੁੜਿਆ, ਜਦ ਮੁੜਿਆ ਤਾਂ ਮੈਂ ਉਹਦੇ ਨੂੰ ਦੇਖਿਆ ਪੈਂਥਰਾਂ, ਕਿਉਂਕਿ ਅਸੀਂ ਦਲਿਤ ਪੈਂਥਰ ਵਾਲੇ ਨੂੰ। ਜਦ ਮੈਂ ਉਹਦੇ ਨੂੰ ਪੈਂਥਰਾਂ ਨੂੰ ਦੇਖਿਆ ਨਾ, ਕਹਿੰਦਾ ਕਿਆ ਕਹਿਣਾ ਚਾਹਤਾ ਤੂੰ? ਮੈਂ ਕਿਹਾ ਮੈਂ ਰਾਸ਼ਟਰਪਤੀ ਕੋ ਚੱਲਿਆ। ਕਹਿੰਦਾ ਕਿਉਂ? ਮੈਂ ਕਿਹਾ ਤੁਹਾਡੀ ਸ਼ਿਕਾਇਤ ਕਰਨ ਚੱਲਿਆ ਵੀ ਇਸ ਯੂਨੀਵਰਸਿਟੀ ਦੀ ਗ੍ਰਾਂਟ ਬੰਦ ਕਰ ਦਿਓ, ਇਹ ਛੂਆ-ਛਾਤ ਕਰਦੇ ਹੈਗੇ ਅੱਜ ਤੱਕ, ਇਹ ਜਾਤੀਵਾਦ ਕਰਦੇ ਹੈਗੇ, ਇਹ ਤਾਂ ਇੱਥੇ ਦਾਖਲਾ ਨਹੀਂ ਦਿੰਦੇ ਹੈਗੇ ਦਲਿਤ ਲੋਕਾਂ ਨੂੰ, ਇਸ ਕਰਕੇ ਮੈਂ ਤੇਰੀ ਸ਼ਿਕਾਇਤ ਕਰਨ ਚੱਲਿਆ ਹੈਗਾ। ਉਹ ਡਰ ਗਿਆ ਵੀ ਇਹ ਬੰਦਾ ਲੀਡਰ ਦਾ ਹੈਗਾ ਹੀ ਆ, ਵੀ ਇਹ ਤਾਂ ਇੱਥੇ ਸੁਣਵਾਈ ਹੋਣੀ ਹੈ, ਇਹ ਤਾਂ ਸੁਣਵਾਈ ਹੋ ਜਾਣੀ ਹੈ। ਅੱਛਾ ਲਓ ਜੀ ਉਹ। ਅੱਛਾ ਕਹਿੰਦਾ ਕੋਈ ਨਹੀਂ, ਕਹਿੰਦਾ ਐਸਾ ਕਰੋ ਭਾਈ ਉਠਾਓ। ਮੈਂ ਕਹਿੰਦਾ ਉਹਦੇ ਪੀਐਨ ਨੇ ਚੱਕ ਕੇ ਉਹਨੂੰ ਫੜਾਤੀ ਤੇ ਦਸਤਖਤ ਕਰਤੇ। ਪੌੜੀਆਂ ਦੇ ਨਾਲ 39 ਨੰਬਰ ਕਮਰਾ ਮੈਨੂੰ ਦੇ ਦਿੱਤਾ।
ਅੱਛਾ ਪੌੜੀਆਂ ਦਾ ਇਹ ਹੁੰਦਾ ਵੀ ਮੁੰਡਿਆਂ ਤੋਂ ਸਾਰੀ ਰਾਤ ਆਉਂਦੇ ਜਾਂਦੇ ਰਹਿਣਾ, ਕੋਈ ਫਿਲਮਾਂ ਦੇਖਣ ਗਿਆ, ਕੋਈ ਕਿਤੇ ਗਿਆ, ਕੋਈ ਸੌਂ ਨੀਂਦ ਨਹੀਂ ਆਊਗੀ। ਉਹ 43 ਨੰਬਰ ਕਮਰਾ ਕੋਈ ਲੈਂਦਾ ਨਹੀਂ, ਪੌੜੀਆਂ ਨਾਲ ਦਾ ਕਮਰਾ ਕੋਈ ਨਹੀਂ ਲੈਂਦਾ ਕਿਤੇ ਵੀ ਹੋਸਟਲ 'ਚ। ਪਤਾ ਵੀ ਇਹ ਤਾਂ ਡਿਸਟਰਬੈਂਸ ਹੀ ਰਹਿਣੀ ਹੈ, ਕੋਈ ਸਮਾਨ ਚੜਾਉਂਦਾ, ਕੋਈ ਲਾਉਂਦਾ, ਕੋਈ ਕੁਛ ਵੀ, ਸਾਰੀ ਰਾਤ ਇੱਦਾਂ ਰਹਿੰਦੀ ਆ। ਤੇ ਉੱਦਾਂ ਵਿੱਚ ਹੋਵੇ ਉਹ। ਤੇ ਚਲੋ ਮੈਂ ਫਿਰ ਕੱਟਣਾ ਹੀ ਵਕਤ। ਕਹਿੰਦਾ 39 ਨੰਬਰ। मैं कहा ठीक है। कहता एक बात सुनो। मैं कहा बताइए। कहता अब किसी को जात ना बताना अपने। तुमने जहाँ नहीं लिखी है, धर्म आपने नहीं लिखा, जात नहीं लिखी है, तो अब ऐसा ही रहने देना। बताना ही नहीं। हाँ। मैं कहा जी अच्छा। कहता ऐसा है, बुलंदशहर का एमएलए था एक हरिजन, उदों हरिजन शब्द वरत रहे। कहता बुलंदशहर का एमएलए था, उसको वो हरिजन था। कहता उसने अप्रोच लड़ा के ना अपना, उनका छोटा भाई था, उसको जहाँ इस हॉस्टल में एडमिशन दवा दिया। कहता चलो चल गई। एक दिन उसका बाप आया मिलने के लिए, मेस में खाना खाने गए। जब मेस में खाना खाने गए, उसका बाप शक्ल से पता चलता था कौन है। ਹੁਣ ਆਪਣੇ ਲੋਕ ਤਾਂ ਉਧਰ ਕਾਲੇ ਇਦਾਂ ਕਰਕੇ। ਅੱਛਾ ਉਹ ਜਦ ਉੱਥੇ ਖਾਣਾ ਖਾ ਰਿਹਾ ਸੀ, ਕਹਿੰਦਾ ਮੈਸ ਦੇ ਵਿੱਚ ਐਮਐਲਏ ਦਾ ਛੋਟਾ ਭਰਾ ਤੇ ਉਹਦਾ ਪਿਓ, ਕਹਿੰਦਾ ਵੀ ਉਹਨੇ ਜਿਹੜੇ ਮੁੰਡੇ ਉਧਰ ਠਾਕਰਾਂ ਦੇ ਹੋਰਨਾਂ ਦੇ ਹੈਗੇ ਆ, ਉਹਨਾਂ ਨੇ ਉੱਚ ਜਾਤੀਆਂ ਨੂੰ ਮੁੰਡਿਆਂ ਨੂੰ ਕਿਹਾ ਵੀ ਉਹਨੂੰ ਪੁੱਛ ਲਿਆ ਉਹਦੇ ਪਿਓ ਨੂੰ ਵੀ ਆਪ ਕੌਣ ਸੀ ਜਾਤ ਕੇ ਆ। ਕਹਿੰਦਾ ਹੁਣ ਦੱਸ ਚਮਾਰ। ਉਹਨੇ ਕਹਿੰਦਾ ਉੱਥੇ ਹੀ ਫੜ ਲਿਆ ਉਹ ਵੀ ਤੁਸੀਂ ਸਾਡੀ ਮੈਸ ਪਿੱਟ ਦਿੱਤੀ, ਸਾਡੇ ਬਰਤਨ ਪਿੱਟਦੇ, ਸਾਡਾ ਆਪ ਪਿੱਟ ਦਿੱਤਾ। ਉਹਨਾਂ ਨੂੰ ਇੰਨਾ ਕੁੱਟਿਆ ਮਾਰਿਆ ਔਰ ਅਲਫ ਨੰਗੇ ਕੱਛੇ ਤੱਕ ਵੀ ਸਾਰੇ ਉਹਨਾਂ ਦੇ ਲਾ ਕੇ ਉੱਥੋਂ ਭਜਾਤੇ। ਅੱਜ ਤੱਕ ਕਹਿੰਦਾ ਵਾਪਸ नहीं आए, ना वो लड़का ही पढ़ने के लिए आया। इसीलिए आप भी किसी को मत बताना। ठीक ठीक ठीक। मैं कहा जी कोई बात नहीं, देखें अरे जरूर दसना। ना ना दसिया कि दसना छड़ के तो पोस्टर लाते। अच्छा हाँ ठीक है। नहीं वो कहता दसन दी की गल। मैं फिर जब ये सारी घटना देखी, हाँ मैं एप्लीकेशन देती प्रिंसिपल ਨੂੰ। अच्छा। ਮੈਂ ਕਿਹਾ ਜੀ ਇਹ ਹੋਸਟਲ ਦੇ ਵਿੱਚ ਜਿਹੜਾ ਆ ਬਈ ਦਲਤਾਂ ਨੂੰ ਤੁਸੀਂ ਐਡਮਿਸ਼ਨ ਨਹੀਂ ਦਿੰਦੇ ਤੁਹਾਡੇ ਵਾਰਡਨ। ਅੱਛਾ। ਹੈ ਬਈ ਰਿਜ਼ਰਵੇਸ਼ਨ ਦੇ ਮੁਤਾਬਕ 25% ਸੀਟਾਂ ਚਾਹੀਦੀਆਂ ਹੈਗੀਆਂ ਉਹਨਾਂ ਨੂੰ, ਉੱਥੇ ਕੋਈ ਵੀ ਨਹੀਂ ਹੈਗਾ। ਹਾਂਜੀ ਹਾਂਜੀ। मैं कहा ਉੱਥੇ कोई भी नहीं है। वो कहना नहीं आते ही नहीं है, जो लोग आगे BA 10वीं पढ़ने के बाद तो मजदूरी में लग जाते हैं, जो कोई आता ही नहीं है। अच्छा ਵੀ ਇੱਥੇ आता ही नहीं। ਕਹਿੰਦਾ ਆਪ ਲੈ ਆਓ। ਉਹਨੂੰ ਪਤਾ ਸੀ ਵੀ ਜਦ ਇਹ ਹੈ ਹੀ ਨਹੀਂ ਗਏ ਤੇ ਨਹੀਂ ਕਿੱਥੋਂ। ਕਹਿੰਦਾ ਲੈ ਆਓ, ਹਮ ਦੇ ਦੇंगे ਕਮਰੇ। अच्छा ਅੱਛਾ। ਤੇ ਮੈਂ ਆਪਣੇ ਬੰਦੇ ਦੇਖੇ ਤਾਂ ਇੱਕ ਮੈਨੂੰ ਮਿਲਿਆ ਐਦਾਂ ਬੁਲੰਦਸ਼ਹਰ ਤੋਂ ਅੱਗੇ ਸ਼ਹਿਰ ਆ ਉਹ, ਤੇ ਉਹ ਮੁੰਡੇ ਨੂੰ ਮੈਂ ਕਿਹਾ ਵੀ ਤੂੰ ਕਿੱਥੇ ਰਹਿਣਾ। ਕਹਿੰਦਾ ਜੀ ਮੈਂ ਤਾਂ ਉਹ ਜਿਹੜੀ ਬਸਤੀ ਆ ਉਹਦੇ 'ਚ ਹੀ ਰਹਿਣਾ। अच्छा। ਕਹਿੰਦਾ ਦੂਜੇ ਕੋ ਕਮਰਾ ਨਹੀਂ ਦਿੰਦੇ ਇੱਥੇ। ਮੈਂ ਕਿਹਾ ਹੋਸਟਲ 'ਚ ਰਹਿ, ਇੱਥੇ ਕਹਿੰਦਾ ਦਿੰਦੇ ਨਹੀਂ, ਕੋਈ ਕਮਰਾ ਹੀ ਨਹੀਂ ਦਿੰਦੇ। अच्छा ਸਾਨੂੰ ਕਿੱਥੇ ਕਹਿੰਦਾ ਇੱਥੇ ਬਣ ਦਿੰਦੇ ਆ, ਮੈਸ 'ਚ ਖਾਣਾ ਨਹੀਂ ਖਾਣ ਦਿੰਦੇ। ਮੈਂ ਕਿਹਾ ਤੈਨੂੰ ਦਵਾਨੇ अच्छा। ਕਹਿ ਤੇ ਦਵਾਨੇ ਆ। ਤੇ ਉਹ ਕਹਿੰਦਾ ਮੈਨੂੰ ਤਾਂ ਕੁੱਟ-ਕੁੱਟ ਮਾਰ ਦੇਣਾ ਉਹਨੇ। ਹੈ ਉਹ ਇੰਨਾ ਜਾਣੀ ਜਾਤੀਵਾਦ ਹੈ। ठीक ठीक। ਕਹਿੰਦਾ ਮੈਨੂੰ ਤਾਂ ਕੁੱਟ-ਕੁੱਟ ਮਾਰ ਦੇਣਾ। ਉਹ ਨਹੀਂ ਮੰਨਿਆ। अच्छा। ਜਾਂ ਨਾ ਮੰਨਿਆ, ਮੈਂ ਫਸ ਗਿਆ। ਮੈਂ ਫਿਰ ਜਿਹੜੇ ਸਿੱਖ ਮੁੰਡੇ ਸੀ ਉਹ ਵੀ ਬਾਹਰ ਹੀ ਰਹਿੰਦੇ, ਦਿੰਦੇ ਨਹੀਂ ਉਹਨਾਂ ਨੂੰ। ਉਹ ਗੰਦਿਆਂ ਹੋਸਟਲ ਜਿਹੜੇ ਪੁਰਾਣੇ ਹੋਸਟਲ ਹੈ ਮੁਸਲਿਮ ਹੋਸਟਲ, ਉਹਨਾਂ 'ਚ ਉਹ ਨਹੀਂ ਜਾਂਦੇ ਸੀ। ਠੀਕ ਵੀ ਬਹੁਤੇ ਪੁਰਾਣੇ ਸੀ ਤੇ ਇੱਥੇ ਉਹਨਾਂ ਨੂੰ ਦਿੰਦੇ ਨਹੀਂ ਸੀ ਉਹ। ਮੈਂ ਫਿਰ ਜਿਹੜੇ ਸਿੱਖ ਮੁੰਡੇ ਸੀ, ਅੱਜ ਕੱਲ੍ਹ ਬਾਰ ਦਾ ਪ੍ਰੈਜ਼ੀਡੈਂਟ ਦਸੂਏ ਦਾ ਵੀ, ਤੇ ਇੱਧਰੋਂ ਵੀ ਲੀਡਰ ਹੈ ਕਾਫੀ, ਤੇ ਵਕੀਲ ਹੈ ਬਣੇ ਉਹ, ਤੇ ਇੱਕ ਬਹੁਤ ਵੱਡਾ ਬਾਹਰ ਹੈਗਾ ਸਕਾਲੋਜਿਸਟ ਹੈਗਾ ਆਸਟਨ ਜਿਹੜੀ ਯੂਨੀਵਰਸਿਟੀ ਆਸਟ੍ਰੇਲੀਆ ਦੀ ਆ, ਉਹਦੇ 'ਚੋਂ ਇਸ ਵੇਲੇ ਬਹੁਤ ਉਹਦਾ ਵੱਡਾ ਪ੍ਰੋਫੈਸਰ ਹੈ ਉਹ। ਠੀਕ ਹੈ। ਉਹਨਾਂ ਨੂੰ ਫਿਰ ਮੈਂ ਇੱਥੋਂ ਪਿੱਛੋਂ ਭੋਗਪੁਰ ਦਾ, ਠੀਕ ਹੈ, ਤੇ ਮੈਂ ਫਿਰ ਉਹਨਾਂ ਨੂੰ ਦਾਖਲੇ ਦਵਾਈ। ਠੀਕ। ਮੈਂ ਉਹਨਾਂ ਨੂੰ ਕਿਹਾ ਵੀ ਗੱਲ ਇੱਦਾਂ ਬਈ ਮੈਨੇ ਤੁਹਾਨੂੰ ਰਿਜ਼ਰਵ 'ਚ ਆ, ਪਛੂਤ ਆ, ਸਵਰਨ ਆ, ਹਿੰਦੂ ਆ, ਮੁਸਲਮਾਨ, ਸਿੱਖ, ਬੰਦਾ ਹੈ ਨਹੀਂ ਇੱਥੇ ਵੀ ਇਹ ਜਾ ਕੇ ਮੱਥੇ 'ਚ ਵੱਜੇ। ਮਾਨਵ। ਹਾਂ ਮੈਂ ਆਇਆ। ਹਾਂ ਤੇ ਵੱਜਾ ਵੀ। ਜਦੋਂ ਇਹਨਾਂ ਦੇ ਟੀਕੇ ਲਗਾਉਣ ਗਏ ਤਾਂ ਉਹ ਡਾਕਟਰ ਕਹਿੰਦਾ ਕੀ ਨਾਂ ਜਾਂ ਲਿਖਾਇਆ ਹੈ, ਤੇ ਮਾਨਵ। ਮਾਨਵ। ਹਾਂ ਵਾਹ ਜੀ ਵਾਹ। ਤੇ ਹੁਣ ਤਾਂ ਕਿਹਾ ਵੀ ਕੋਈ ਸਿੰਘ ਹੋਣਗੇ, ਰਾਮ ਹੋਣਗੇ, ਕੋਈ ਹੋਰ ਹੋਣਗੇ,
ਤੇ ਉਹ ਲਿਖਣਾ ਹਟ ਕੇ ਕਹਿੰਦਾ ਬਾਕੀ ਕੌਣ ਹੈ? ਹਾਂ ਅਸੀਂ ਕਿਹਾ ਤੁਸੀਂ ਬਾਹਰ ਲਿਖ ਕੇ ਲਾਇਆ ਬੋਰਡ, ਹਾਂ ਤੁਸੀਂ ਕੌਣ ਹੈ? ਕੋਈ ਬਰਮਾ, ਕੋਈ ਸ਼ਰਮਾ, ਕੋਈ ਗੁਪਤਾ। ਆਹੋ ਬਿਲਕੁਲ, ਇਹ ਮਾਨਵ ਹੈ, ਹਾਂ ਇਹ ਮਾਨਵ ਹੈ। ਇਹ ਆ ਬੰਦਾ, ਕੀ ਬਾਤ ਹੈ। ਹਾਂ ਫਿਰ ਦੂਜਾ ਲੜਕਾ ਹੋਇਆ, ਉਹਦਾ ਨਾਂ ਇਨਸਾਨ ਰੱਖਿਆ। ਇਨਸਾਨ, ਕੀ ਪੱਕੇ ਨਾਂ ਆਇਆ ਇਹ, ਪੱਕੇ ਨਾਂ। ਪੱਕੇ ਨਾਂ ਤੇ ਦੋਨਾਂ ਦਾ ਮਤਲਬ ਇੱਕ ਹੈ। ਇੱਕੋ ਹੀ ਆ। ਉਹ ਤਾਂ ਹੈ ਹੀ ਇਨਸਾਨੀਅਤ ਹੀ ਤਾਂ ਇਹ ਦੇਸ਼ ਦੇ ਵਿੱਚ ਮਾਨਵਤਾ ਹੀ ਤਾਂ ਬਹਾਲ ਕਰਾਉਣੀ ਹੈ। ਵਾਹ ਜੀ ਵਾਹ, ਗੁੱਡ ਗੁੱਡ। ਹੁਣ ਤੁਹਾਨੂੰ ਹੋਰ ਇੰਟਰਸਟਿੰਗ ਗੱਲ ਦੱਸੀਏ ਗੁੜਾ ਜੀ। ਜੀ ਇਨਸਾਨ ਦੇ ਹੁਣ ਲੜਕੀ ਪੈਦਾ ਹੋਈ ਹੈ ਐਸੀ 11 ਤਰੀਕ ਨੂੰ, ਤੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਕੀ ਨਾਂ ਰੱਖਣਾ ਬੇਟੀ ਦਾ। ਸਾਡੀ ਬਹੂ ਉਹਦਾ ਸਿੰਘ ਫੈਮਿਲੀ ਚੋਂ ਆ, ਜੀ ਜੀ ਇਨਸਾਨ ਦੇ ਘਰੋਂ ਜਿਹੜੀ ਆ ਜੀ 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 ਉਹ ਅੰਮ੍ਰਿਤਧਾਰੀ ਸਿੰਘ ਪਰਿਵਾਰ ਹੈ ਜੀ। ਤੇ ਸੁਖਪ੍ਰੀਤ ਕੌਰ ਉਹਦਾ ਨਾਂ ਆ ਜੀ। ਤੇ ਸ਼ਾਦੀ ਜਿਹੜੀ ਕੀਤੀ ਅਸੀਂ ਬਿਨਾਂ ਦਾਜ ਦਹੇਜ, ਬਿਨਾਂ ਕਿਸੇ ਗੱਲਬਾਤ ਦੇ, ਬਿਨਾਂ ਕਿਸੇ ਬਰਾਤ ਦੇ, ਕੁਛ ਨਹੀਂ। ਅਸੀਂ ਤਿੰਨੇ ਜਣੇ ਗਏ ਆ, ਸਾਦੇ ਤਰੀਕੇ ਨਾਲ। ਮੈਂ ਵਾਈਫ ਤੇ ਇਨਸਾਨ ਗਏ ਹੈਗੇ। ਹਾਂ ਤੇ ਉੱਥੇ ਚਾਹ ਪਾਣੀ ਪੀ ਕੇ ਉਹਨਾਂ ਨੂੰ, ਹਾਂ ਵਾਹ ਜੀ ਵਾਹ। ਤੇ ਉਹ ਵੀ ਗੱਲ ਵੀ ਬੜੀ ਇੰਟਰਸਟਿੰਗ ਹੈ। ਠੀਕ ਹੈ ਜੀ। ਜਦੋਂ ਅਸੀਂ ਗਏ ਤੇ ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਕਿੱਥੇ ਆਈਏ। ਕਹਿੰਦੇ ਜੀ ਫਲਾਨਾ ਅਸੀਂ ਹੋਟਲ ਬੁੱਕ ਕਰਾਇਆ, ਉਹਦੇ 'ਚ ਆ ਜਾਓ। ਜਦ ਅਸੀਂ ਉੱਥੇ ਪਹੁੰਚੇ ਰੋਪੜ ਕੋਲ, ਤੇ ਫਿਰ ਮੈਂ ਕਿਹਾ ਵੀ ਅਸੀਂ ਜੇ ਘਰੇ ਹੀ ਆ ਜਾਈਏ। ਕਹਿੰਦੇ ਘਰੇ ਆ। ਗੁੱਡ। ਠੀਕ, ਬਸ ਬੈਠੇ ਆ, ਗੱਲਬਾਤ ਹੋਈ ਆ, ਚਾਹ ਪਾਣੀ ਪੀ। ਵਾਹ ਜੀ ਵਾਹ। ਠੀਕ। ਤੇ ਬਾਕੀ ਇੱਥੇ ਅਸੀਂ ਅਜੇ ਪਹੁੰਚੇ ਨਹੀਂ ਸੀ। ਮੈਂ ਪ੍ਰੈਸ ਵਾਲੇ ਪੁੱਛਦੇ ਰਹਿੰਦੇ ਸੀ ਸਾਰੇ, ਉਹ ਚਾਵਲਾ ਜੀ, ਗੰਡਮ ਜੀ, ਗੁਰਮੀਤ ਪੜਾਈ ਸਾਰੇ। ਹਾਂਜੀ। ਉਹਨਾਂ ਨੂੰ ਮੈਂ ਫੋਨ ਕਰਤਾ ਵੀ ਅਸੀਂ ਆ ਰਹੇ ਹੋ, ਪਹਿਲਾਂ ਆ ਗਏ ਇੱਥੇ। ਉਹਨੇ ਪਾ ਕੇ ਬਣਾ ਕੇ ਵੀਡੀਓ ਸਾਰੀ, ਤੇ ਉਹਨੇ ਰਾਤ ਨੂੰ ਪਾਤੀ, ਤਾਂ ਲੋਕ ਉਹਨਾਂ ਨੂੰ ਵੀ ਵਧਾਈਆਂ ਦੇਣ ਤੇ ਸਾਨੂੰ ਵੀ ਦੇਣ। ਹਾਂਜੀ ਹਾਂਜੀ ਹਾਂਜੀ। ਹੁਣ ਜਦੋਂ ਉਹਦੇ ਲੜਕੀ ਦੀ ਆਈ ਗੱਲ ਨਾਮ ਰੱਖਣ ਅੱਛਾ, ਦੀ, ਉੱਥੇ ਫਿਰ ਜਦੋਂ ਨਾ ਬਈ ਉਹ ਸਾਡੀ ਜਿਹੜੀ ਇਨਸਾਨ ਦੀ ਜੀਵਨ ਸਾਥਣ ਆ ਸੁਖਪ੍ਰੀਤ ਕੌਰ, ਹਾਂਜੀ, ਤੇ ਨਾ ਅਸੀਂ ਕਿਹਾ ਵੀ ਦੇਖ ਲਓ ਬੀਬਾ ਕੀ ਸੋਚਿਆ ਜਿਹੜਾ ਤੁਸੀਂ ਕੌਣ ਰੱਖ ਲੈਣੇ। ਤੇ ਉਹ ਕਹਿੰਦੇ ਨਹੀਂ ਪਾਪਾ ਜੀ ਬਈ ਨਾ ਇਹਦਾ ਕੁਦਰਤ ਰੱਖਣਾ। ਅੱਛਾ, ਕੀ ਬਾਤ ਹੈ। ਉਹੀ ਤੁਹਾਡੀ ਸੋਚ ਉਹੀ ਬਣ ਗਈ ਨਾ, ਵੀ ਕੁਦਰਤ। ਨਾ ਇਹਦਾ ਕੁਦਰਤ ਰੱਖਣਾ, ਕਿਉਂਕਿ 35 ਸਾਲ ਕਹਿੰਦੇ ਪਹਿਲਾਂ ਤੁਸੀਂ ਨਾਮ ਰੱਖਿਆ ਸੀ। 35 ਸਾਲ ਪਹਿਲਾਂ ਤੁਸੀਂ ਕਿਹਾ ਸੀ ਵੀ ਜੇ ਲੜਕੀ ਆਉਂਦੀ ਤਾਂ ਕੁਦਰਤ ਨਾ ਰੱਖਣਾ। ਵਾਹ ਜੀ ਵਾਹ। ਵੀ ਚਲੋ ਇਹ ਹੁਣ ਲੜਕੇ ਸੀਗੇ, ਵਾਹ ਜੀ ਵਾਹ। ਤੇ ਇਸ ਕਰਕੇ ਹੁਣ ਆ ਗਈ ਹੈ ਲੜਕੀ, ਇਹਦਾ ਨਾਮ ਕੁਦਰਤ ਰੱਖਾਂਗੇ। ਕੀ ਬਾਤ ਹੈ। ਉਹਦਾ ਨਾਮ। ਤੇ ਅੱਜ ਦੀ ਤਰੀਕ ਦੇ ਵਿੱਚ ਤੁਹਾਡੇ ਕਿੱਥੋਂ ਤੱਕ ਬੱਚਿਆਂ ਨੇ ਪੜ੍ਹਾਈ ਕਰਕੇ ਹੁਣ ਕਿਹੜੀ ਪੋਸਟ ਤੇ ਨੇ? ਲੜਕੇ ਦੇਖੋ ਆਪਣੇ ਗੁੜਾ ਜੀ, ਲੜਕੇ ਜਿਹੜੇ ਆ ਅੱਜ ਸਮਾਜ ਦੇ ਵਿੱਚ ਬੋਝ ਸਮਝਿਆ ਜਾਂਦਾ ਬੱਚਿਆਂ ਨੂੰ। ਲੜਕੀ ਨੂੰ ਤਾਂ ਬਿਲਕੁਲ ਹੀ ਸਾਰਾ ਕੁਝ ਸਮਝਿਆ ਜਾਂਦਾ, ਸਾਰਾ ਕੁਝ ਹੀ, ਤੇ ਲੜਕਿਆਂ ਨੂੰ ਵੀ ਬੋਝ ਹੀ ਸਮਝਦੇ ਮਾਪੇ। ਜੀ ਜੀ ਪਰ ਜੇ ਤੁਸੀਂ ਬੱਚਿਆਂ ਨੂੰ ਸਹੀ ਸੰਸਕਾਰ ਦੇ ਦਿਓ, ਜੀ ਜੀ, ਉਹਨਾਂ ਨੂੰ ਸਹੀ ਜੀਵਨ ਜਿਉਣਾ ਸਿਖਾ ਦਿਓ, ਹਾਂ, ਗਲਤ ਉਹਨਾਂ ਦੀ ਹਰ ਗੱਲ ਨੂੰ ਰੋਕੋ, ਹਾਂ, ਤਾਂ ਫਿਰ ਜੋ ਤੁਸੀਂ ਚਾਹੁੰਦੇ ਹੋ ਸਕਦਾ ਹੈ। ਹੋ ਸਕਦਾ। ਹੋ ਸਕਦਾ ਹੈ ਬਈ ਬੱਚੇ ਦੇਖ ਲਓ ਬਈ ਜਿਹੜੇ ਹੈ ਮਾਨਵ ਯੂਨੀਵਰਸਿਟੀ ਟੌਪ ਹੈ, ਹਾਂ, ਮਾਸਟਰ ਆਫ ਲਾਅ 'ਚ ਵੀ, ਹੂੰ, LLM ਦੇ ਵਿੱਚ ਵੀ, ਇਨਸਾਨ ਵੀ, ਦੋਨੇ ਹੀ ਮਾਸਟਰ ਆਫ ਲਾਅ ਦੇ ਵਿੱਚ ਯੂਨੀਵਰਸਿਟੀ ਟੌਪਰ ਹੈ। ਜੀ ਜੀ। ਤੇ ਫਿਰ ਤੁਹਾਨੂੰ ਇਹ ਵੀ ਦੱਸ ਦਈਏ ਬਈ ਦੋਨੋਂ ਹੀ ਬੱਚੇ ਜਿਹੜੇ ਆ ਜਨਰਲ 'ਚ ਪੜ੍ਹੇ ਆ। ਅੱਛਾ ਜੀ। ਅਸੀਂ ਰਿਜ਼ਰਵ ਨਹੀਂ ਕਲੇਮ ਕੀਤੀ। ਠੀਕ ਠੀਕ ਠੀਕ। ਅਸੀਂ ਰਿਜ਼ਰਵੇਸ਼ਨ ਨਹੀਂ ਕਲੇਮ ਕੀਤੀ ਵੀ ਇੱਥੇ ਕੋਈ ਹੋਰ ਗਰੀਬ ਆ ਜਾਊਗਾ, ਇੱਥੇ ਕੋਈ ਹੋਰ ਗਰੀਬ ਆ ਜਾਊਗਾ। ਪੜ੍ਹਾਈ 'ਚ ਹੁਸ਼ਿਆਰ ਅਸੀਂ ਸੀਗੇ। ਇਸ ਸਮਾਜ ਨੂੰ 7 ਵਕੀਲ 13 ਜੱਜ ਦਿੱਤੇ ਆ। ਵਾਹ ਜੀ ਵਾਹ। 13 ਜੱਜ ਜੀ ਜੀ ਦਿੱਤੇ ਹੈਗੇ ਆ ਜੀ, ਇਸ ਸਮਾਜ ਨੂੰ। ਜੀ 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 ਹੁਣ ਉਹ ਜੁਡੀਸ਼ਰੀ ਦਾ ਮਾਮਲਾ ਤੁਹਾਨੂੰ ਖੋਲ ਕੇ ਨਹੀਂ ਗੱਲ ਦੱਸ ਸਕਦੇ ਵੀ ਕਿੱਦਾਂ 13 ਜੀ ਜੀ ਲਏ ਹੈਗੇ ਆ ਸਮਾਜ, ਤੁਹਾਨੂੰ ਪਤਾ ਹੀ ਹੈ। ਜੀ ਜੀ ਜੀ। ਪਰ ਅਸੀਂ ਦਿੱਤੇ ਹੈਗੇ ਆ, ਵਾਹ ਜੀ ਵਾਹ। ਉਹਦੇ ਲਿਖਤੀ ਸਬੂਤ ਹੈਗੇ, ਤੁਹਾਨੂੰ ਦਿਖਾ ਹਾਂਜੀ ਸਕਦੇ ਹਾਂਜੀ ਹਾਂ। ਹਾਂਜੀ ਹਾਂਜੀ। ਸਾਡੇ ਕੋਲ ਹੈ ਇਹ। ਤੇ ਇਸ ਤਰ੍ਹਾਂ ਉਹਨਾਂ ਨੇ ਪੜ੍ਹਾਈ 'ਚ ਵੀ ਤੇ ਉੱਦਾਂ ਵੀ। ਹੁਣ ਮਾਨਵ ਤਾਂ 3 ਹਾਈ ਕੋਰਟਾਂ 'ਚ ਹੂੰ, ਟੌਪ ਕਰ ਗਿਆ ਵਾਹ ਜੀ ਵਾਹ। ਜੁਡੀਸ਼ਰੀ 'ਚ। ਜੀ। ਤੇ ਇਸ ਕਰਕੇ ਫਿਰ ਪੰਜਾਬ 'ਚ ਰੱਖਿਆ ਉਹਨਾਂ ਨੂੰ ਵੀ ਆਪਣੇ ਬਈ ਜੰਗਲ ਮੇਂ ਨਾਚਾ ਮੋਰ ਕਿਸੇ ਨੇ ਦੇਖਾ। ਜੇ ਮੈਂ ਕਿਹਾ ਤੂੰ ਰਾਜਸਥਾਨ ਜਾਂ ਦਿੱਲੀ ਜਾ ਕੇ ਲੱਗ ਜਾਣਾ, ਹਾਂ, ਉੱਥੇ ਕੌਣ ਹੈ? ਇੱਥੇ ਹਰ ਬੰਦਾ ਜਾਂਦਾ ਲੰਘਦਾ, ਕੋਈ ਨਾ ਕੋਈ, ਜਿੱਥੇ ਮਰਜ਼ੀ ਆ ਤੁਸੀਂ ਜੇ
ਉੱਥੇ ਕਹਿੰਦੇ ਵੀ ਅਸੀਂ ਅੰਮ੍ਰਿਤਸਰ ਗਏ ਸੀ, ਉੱਥੇ ਮਾਨਵ ਦਾ ਬੋਰਡ ਲੱਗਾ ਸੀ, ਇਨਸਾਨ ਦਾ ਬੋਰਡ ਲੱਗਾ ਸੀ, ਹੁਸ਼ਿਆਰਪੁਰ ਗਏ ਸੀ, ਜਾਨਣਾ ਰੋਪੜ ਗਏ ਸੀ, ਵੀ ਸਾਰੀ ਆ ਕੇ ਦੁਨੀਆ ਸਾਨੂੰ ਵੀ ਦੱਸ ਦਿਓ। ਬਿਲਕੁਲ ਵਕੀਲ ਵੀ ਆਉਂਦੇ ਜਾਂਦੇ ਆ। ਹਾਂਜੀ ਹਾਂਜੀ ਵੀ ਇਸ ਕਰਕੇ ਇਦਾਂ ਆ ਵੀ ਜਾਣੀ ਬੱਚੇ, ਵੱਡੀ ਗੱਲ ਇਹ ਆ ਗੁੜਾ ਜੀ, ਇਹ ਆ ਬਈ ਉਹ ਆਪਣੇ ਪੈਰਾਂ ਤੇ ਆਪ ਖੜ ਕੇ ਆਪ ਹੀ ਪੜ੍ਹੇ ਆ। ਅੱਛਾ ਜੀ। ਅਸੀਂ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ। ਹਾਂ। ਜਿੱਦਾਂ ਮੈਂ ਸੈਲਫ ਮੇਡ ਆ ਨਾ, ਮੇਰੇ 'ਚ ਪੜ੍ਹਾਈ ਦੇ ਵਿੱਚ ਕੋਈ ਮਦਦ ਨਹੀਂ ਹੈਗੀ। ਹਾਂਜੀ ਹਾਂਜੀ ਮੇਰੇ ਤੋਂ ਵੱਡੇ ਬ੍ਰਦਰ ਨੇ 2200 ਰੁਪਇਆ ਮੇਰੀ ਮਦਦ ਕੀਤੀ। ਉਹਨਾਂ ਦਿਨਾਂ 'ਚ ਕਦੀ 200 ਦੇ ਦਿੱਤਾ, ਕਦੀ ਇੱਦਾਂ। ਜਿਹੜਾ ਸਭ ਤੋਂ ਵੱਡਾ ਸੀ ਉਹ 1200 ਇੰਨੇ ਕੁ ਦੇ ਸਕੇ ਉਹ। ਪਰ ਚਲੋ ਜੋ ਵੀ ਆ, ਪਰ ਮੈਂ ਕਿਉਂਕਿ ਮਿਹਨਤ ਮਜ਼ਦੂਰੀ ਕਰਦਾ ਸੀ, ਹੈਂ, ਮੈਂ ਆਪ ਬਣਿਆ ਸਾਰਾ ਕੁਝ। ਜੀ 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 ਜੀ। ਇਸੇ ਤਰ੍ਹਾਂ ਬੱਚੇ ਵੀ, ਮੇਰੀਆਂ ਕਿਤਾਬਾਂ ਜਲੰਧਰ ਹੀ ਛਪਦੀਆਂ, ਹੋਰ ਕਿਤੇ ਕਿਤਾਬੀ ਕੰਮ ਹੈ ਨਹੀਂ। ਮੈਂ ਜਾਣਾ, ਉਹਨੇ ਪਬਲਿਸ਼ਰਾਂ ਨੇ, ਪ੍ਰੈਸ ਵਾਲਿਆਂ ਨੇ ਹੋਰ ਕੰਮ ਫੜ ਲੈਣਾ, ਮੈਨੂੰ ਕਹਿ ਦੇਣਾ ਜੀ ਅੱਜ ਉਹ ਆਇਆ ਨਹੀਂ ਵਰਕਰ ਸਾਡਾ, ਬਿਮਾਰ ਹੋ ਗਿਆ, ਫਲਾਨਾ ਹੋ ਗਿਆ, ਮੇਰੀ ਦਿਹਾੜੀ ਵੀ ਜਾਣੇ, ਕੰਮ ਵੀ ਜਾਣਾ, ਮੇਰੇ ਕਿਰਾਏ ਪਰ ਹੋਰ ਸਾਰਾ ਜਾਣਾ, ਮੈਂ ਬੜਾ ਪਰੇਸ਼ਾਨ। ਉੱਥੇ ਇੱਕ ਬੰਦਾ ਬੜਾ ਇਨਕਲਾਬੀ ਸੀਗਾ, ਹੁੰਦਲ ਕਰਕੇ ਉਹਦਾ ਨਾਂ ਸੀ, ਬੜਾ ਤਕੜਾ ਰਾਈਟਰ ਆ, ਉਹ ਸ਼ਾਇਰ ਵੀ ਆ, ਤੇ ਟੀਚਰ ਯੂਨੀਅਨ ਦਾ ਉਹ ਪੰਜਾਬ ਦਾ ਰਿਹਾ ਜੀ। ਉਹ ਮੈਨੂੰ ਕਹਿੰਦਾ ਬੇਟੀ ਤੂੰ ਇੱਥੇ ਪਰੇਸ਼ਾਨ ਹੁੰਨਾ, ਮੁੜ ਕੇ ਜਾਣਾ, ਕੰਮ ਹੁੰਦਾ ਕੋਈ ਨਹੀਂ, ਇਹ ਮੋਰੇ ਬਹਾਨਾ ਬਣਾਉਂਦੇ, ਕੰਮ ਹੋਰ ਫੜ ਲੈਂਦੇ ਆ। ਬਈ ਤੂੰ ਆ ਕੰਪਿਊਟਰ ਆ ਗਿਆ ਹੈਗਾ, ਵੀ ਤੂੰ ਆਪਣੇ ਬੱਚਿਆਂ ਨੂੰ ਕੰਪਿਊਟਰ ਲਾ ਦੇਤਾ। ਠੀਕ ਹੈ ਗੱਲ। ਇਹ ਕਹਿੰਦਾ ਆਪੇ ਉੱਥੇ ਫੀਡ ਕਰੀ ਜਾਣਗੇ। ਤੇ ਉਦੋਂ ਜਿਹੜਾ ਅੱਜ 15,000 ਚ ਕੰਪਿਊਟਰ ਆਉਂਦਾ, ਉਦੋਂ 1,06,000 ਦਾ ਲਿਆ। ਹਾਂ, ਉਦੋਂ ਮਹਿੰਗੇ ਸੀਗੇ। ਹਾਂ, ਉਹ ਮੈਂ ਇੱਥੇ ਲਾਤਾ। ਉੱਥੇ ਮੇਰੇ ਤੋਂ 100 ਰੁਪਏ ਪੇਜ ਲੈਂਦੇ ਸੀ ਕੰਪੋਜ਼ਿੰਗ ਦਾ, ਤੇ ਇਹਨਾਂ ਨੂੰ ਮੈਂ ਕਿਹਾ ਵੀ ਤੁਹਾਨੂੰ 50 ਰੁਪਏ ਮੈਂ ਜਿਹੜੇ ਆ ਦਿਆ ਕਰੂੰਗਾ ਇੱਕ ਪੇਜ ਦੇ, ਵੀ ਤੁਸੀਂ ਸ਼ਾਮ ਨੂੰ 1 ਘੰਟਾ ਕੱਢ ਕੇ ਇਹਨੂੰ ਟਾਈਪ ਕਰਿਆ ਕਰੋ, ਮੈਂ ਜੋ ਲਿਖਦਾ ਹੈਗਾ। ਉਹਨੇ ਕਰਨਾ, ਤੇ ਜਦੋਂ 50 ਪੇਜ ਹੋ ਜਾਣੇ ਜਾਂ ਕਿੰਨੇ ਵੀ, ਤੇ ਉਹਨੇ ਕਹਣਾ ਇੰਨੇ ਪੈਸੇ ਦੇ ਦੇ, ਲੈ ਲੈਣਾ। ਉਹਨੇ 60,000 ਪੇਜ ਇੱਥੇ ਮੇਰੇ ਕੰਪਿਊਟਰ 'ਚ ਫੀਡ ਕੀਤਾ। ਲਾ ਲਓ ਕਿੰਨੇ ਪੈਸੇ ਬਣਦੇ ਆ। ਬਿਲਕੁਲ, ਤੁਹਾਨੂੰ ਵੀ ਫਾਇਦਾ ਹੋ ਗਿਆ। 30 ਲੱਖ ਰੁਪਈਆ ਬਣਦਾ ਹੈ। ਉਹ ਨਾਲੋਂ ਨਾਲ ਲੈਂਦੇ ਰਹੇ। ਹਾਂ, ਨਾਲੋਂ ਨਾਲ ਉਹ ਪੈਸੇ ਜਾਣੀ ਉਹਨੇ ਕੰਮ ਕਰਨਾ, ਲੈਣਾ, ਉਹਨੇ ਓਵਰ ਟਾਈਮ ਵੀ ਲਾ ਲੈਣਾ, ਉਹਨਾਂ ਤੋਂ ਪੈਸੇ 50 ਦੇ ਹਿਸਾਬ ਨਾਲ ਮਿਲਣੇ ਆ। ਬਿਲਕੁਲ ਬਿਲਕੁਲ। ਫਿਰ ਮੈਂ ਉਹਨਾਂ ਨੂੰ ਕਿਹਾ ਜੇ ਇੱਕ ਕੰਮ ਹੋਰ ਕਰੋ। ਕਹਿੰਦੇ ਦੱਸੋ। ਮੈਂ ਕਿਹਾ ਵੀ ਤੁਸੀਂ ਛੁੱਟੀ ਵਾਲੇ ਦਿਨ ਜਿੱਥੇ ਕੋਈ ਫੰਕਸ਼ਨ ਹੁੰਦਾ ਉੱਥੇ ਸਟਾਲ ਲਾਇਆ ਕਰੋ ਕਿਤਾਬਾਂ ਦਾ, ਕਿਤਾਬਾਂ ਮੇਰੀਆਂ ਦਾ ਜੀ, ਮੇਰੀਆਂ ਦਾ ਲਾਓ ਬਸ। ਇਹ ਲਾ ਕੇ ਵੇਚੋ, ਜਿੰਨੇ ਦੀਆਂ ਤੁਸੀਂ ਵੇਚ ਲਓ 25% ਤੁਹਾਡਾ। ਅੱਛਾ, ਜੇ 10,000 ਦੀਆਂ ਵੇਚੋਗੇ 2,500 ਤੁਹਾਡਾ। ਉਹ ਫਿਰ ਸਟਾਲ ਲਾਓ। ਦੇਖੇ ਹੋਣਗੇ ਤੁਸੀਂ ਵੀ, ਦੇਖੇ ਹੋਣਗੇ ਮੇਲਿਆਂ ਮਸਾਵਿਆਂ ਤੇ, ਦੇਸ਼ ਭਗਤ ਯਾਦਗਾਰ ਸਾਰੇ। ਈਵਨ ਟ੍ਰਿਬਿਊਨ ਨੇ ਇੱਕ ਵਾਰੀ ਉਹਨਾਂ ਦਾ ਬਹੁਤ ਛਾਪਿਆ, ਲਿਖ ਕੇ ਪੂਰਾ ਫੋਟੋ ਲਾ ਕੇ ਮਾਨਵ ਕਿਤਾਬਾਂ ਵੇਚਦੇ ਦਾ। ਤੇ ਇਦਾਂ ਉਹ ਆਪਣੀ ਪੜ੍ਹਾਈ ਨਾਲ ਆਪ ਹੀ ਮਿਹਨਤ ਕਰਕੇ ਪੜ੍ਹੇ। ਠੀਕ 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 ਠੀਕ। ਤੇ ਦੋਨੋਂ ਜਿਹੜੇ ਬੇਟੇ ਨੇ ਉਹਨਾਂ ਨੇ ਵੀ ਇਸ ਵੇਲੇ ਜੁਡੀਸ਼ੀਅਲ ਚ ਨੇ, ਤੇ ਬਹੂਆਂ ਵੀ। ਹਾਂਜੀ। ਤੇ ਮਾਨਵ ਦੇ ਜਿਹੜਾ ਜੀਵਨ ਸਾਥਣ ਆ ਉਹਦਾ ਨਾਂ ਡੇਜੀ ਆ ਜੀ, ਤੇ ਉਹ ਆਪਣੇ ਓਨਰੇਬਲ ਜਸਟਿਸ SP ਬੰਗੜ ਹੋਏ ਹੈਗੇ ਆ ਜੀ। ਉਹ ਹਾਈ ਕੋਰਟ ਦੇ ਜੱਜ ਜੀ ਜਿਹੜੇ ਆ, ਤੇ ਇੱਥੇ ਹੁਣ ਅਰਬਨ ਸਟੇਟ 'ਚ ਹੀ ਰਹਿੰਦੇ ਹੈਗੇ। ਅੱਛਾ ਜੀ, ਅੱਛਾ ਜੀ। ਤੇ ਹੁਣ ਤਾਂ ਉੱਦਾਂ ਨਹੀਂ ਹੈਗੇ। ਠੀਕ, ਉਹਨਾਂ ਦੀ 2 ਸਾਲ ਪਹਿਲਾਂ ਹੋ ਗਈ ਹੈਗੀ, ਐਕਸਪਾਇਰ ਹੋ ਗਏ ਹੈਗੇ ਆ। ਇੱਕ ਉਹਨਾਂ ਦੀ ਲੜਕੀ ਹੈਗੀ ਆ, ਤੇ ਦੂਜੀ ਇਹ ਸੁਖਪ੍ਰੀਤ ਕੌਰ ਜਿਹੜੀ, ਇਹ ਜਿਹੜਾ ਸਭ ਤੋਂ ਵੱਡਾ 1945 ਦਾ ਗੌਰਮੈਂਟ ਕਾਲਜ ਹੈ ਰੋਪੜ ਦਾ, ਅੰਗਰੇਜ਼ਾਂ ਵੇਲੇ ਦਾ ਬਣਿਆ ਆ, ਉਹ ਯੂਨੀਵਰਸਿਟੀ ਵਰਗਾ ਹੀ ਆ ਉਹ। ਜੀ ਜੀ। ਤੇ ਉਹਦੇ ਉਹ ਪ੍ਰਿੰਸੀਪਲ ਜੀ 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 ਪ੍ਰੋਫੈਸਰ ਸੁਰਿੰਦਰਪਾਲ ਸਿੰਘ ਜੀ। ਤੇ ਇਹ ਤੁਹਾਡੇ ਪੂਰੇ ਜਿਹੜੀ ਲਾਈਫ ਦੀ ਜਿਹੜੀ ਸਟਰਗਲ ਕਹਿ ਲਈਏ, ਮਿਹਨਤ ਕਹਿ ਲਈਏ, ਸੰਘਰਸ਼ ਕਹਿ ਲਈਏ। ਤੇ ਉਹਨਾਂ ਦੇ ਪਿਤਾ ਜੀ ਜਿਹੜੇ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਰਿਟਾਇਰਡ ਹੈਗੇ ਆ। ਜੀ 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 ਸਰਦਾਰ ਪਿਆਰਾ ਸਿੰਘ ਜੀ। ਜੀ ਜੀ ਜੀ। ਇਹ ਤਾਂ ਤੁਹਾਡੀ ਬਹੁਤ ਵੱਡੀ ਸੰਘਰਸ਼ਮਈ ਜ਼ਿੰਦਗੀ ਹੈਗੀ ਆ, ਜਨਮ ਤੋਂ ਲੈ ਕੇ, ਬਚਪਨ ਤੋਂ ਲੈ ਕੇ ਹੁਣ ਤੱਕ ਬੱਚਿਆਂ ਨੂੰ ਇੱਥੇ ਤੱਕ ਲੈ ਕੇ ਜਾਣਾ, ਬੜੀ ਮਿਹਨਤ ਕੀਤੀ ਹੈਗੀ ਆ। ਤੇ ਆਉਣ ਵਾਲੇ ਸਮੇਂ 'ਚ ਵੀ ਇਸੇ ਤਰੀਕੇ ਦੇ ਨਾਲ ਵਿਚਾਰਾ ਕਰਦੇ ਰਵਾਂਗੇ, ਵਿਰਦੀ ਸਾਹਿਬ ਉਹਨਾਂ ਨੂੰ ਤੁਹਾਡੇ ਰੂਬਰੂ ਕਰਦੇ ਰਵਾਂਗੇ। ਅੱਜ ਦੀ ਜਿਹੜੀ ਜਿਹੜਾ ਵਾਰਤਾਲਾਪ, ਅੱਜ ਦੀ ਜਿਹੜੀ ਗੱਲਬਾਤ ਹੈ, ਬਸ ਸਾਡਾ ਇਹੀ ਸੀਗਾ ਕਿ ਜਿਵੇਂ ਵਿਰਦੀ ਸਾਹਿਬ ਹੋਣਾ ਨੇ ਮਿਹਨਤ ਕਰਕੇ ਇੱਕ ਸੀਰੀ ਬਜ਼ੁਰਗ ਦੇ ਘਰ ਪੈਦਾ ਹੋ ਕੇ ਤੇ ਕਿੱਥੋਂ ਤੱਕ ਮਿਹਨਤਾਂ ਕਰਕੇ ਕਿਵੇਂ ਆਪ ਪੜ੍ਹਾਈ ਕੀਤੀ, ਕਿਵੇਂ ਘਰ ਵੀ ਛੱਡਣੇ ਪੈ ਗਏ, ਕਿਵੇਂ ਆਪ ਲਾ ਕੀਤਾ, ਵਕਾਲਤ ਕੀਤੀ, ਤੇ ਬੱਚੇ ਜਿਹੜੇ ਆ ਉਹ ਵੀ ਨਾਮ ਕਿਸ ਤਰ੍ਹਾਂ ਰੱਖੇ ਉਹ ਵੀ ਤੁਹਾਡੇ ਨਾਲ ਸਾਂਝ ਪਾਈ ਆ। ਔਰ ਦੋਨੋਂ ਹੀ ਬੇਟੇ ਜੱਜ ਨੇ ਤੇ ਦੋਨੋਂ ਹੀ ਬਹੂਆਂ ਉਹ ਵੀ ਜੱਜ ਨੇ। ਇਹ ਬਹੁਤ ਵੱਡੀ ਪ੍ਰਾਪਤੀ ਹੈ। ਇਹ ਖਾਸ ਕਰਕੇ ਉਸ ਸਮਾਜ ਦੇ ਲਈ ਜਿਸ ਸਮਾਜ ਨੂੰ ਥਾਂ ਥਾਂ 'ਤੇ ਨਫ਼ਰਤਾਂ ਦਾ
ਜਿਹੜਾ ਸਾਹਮਣਾ ਕਰਨਾ ਪੈਂਦਾ, ਇਦਾਂ ਦੇ ਜਿਹੜੀਆਂ ਰੁਕਾਵਟਾਂ ਉਹਨਾਂ ਨੂੰ ਵੀ ਪਰੇ ਕਰਨਾ ਪੈਂਦਾ। ਬਿਰਦੀ ਸਾਹਿਬ, ਆਖਰ ਤੇ ਕੀ ਸੰਦੇਸ਼ ਦੇਣਾ ਚਾਹੋਗੇ ਚੰਦ ਲਾਈਨਾਂ ਦੇ ਵਿੱਚ ਸਮਾਜ ਨੂੰ? ਅਸੀਂ ਜਿਹੜੇ ਮਿਹਨਤਕਸ਼ ਲੋਕ ਹੈਗੇ ਆ ਜੀ ਉਹਨਾਂ ਨੂੰ ਇਹੀ ਜਾਗਰੂਕ ਕਰਨਾ ਚਾਹੁੰਦੇ ਆ ਬਈ ਜਿੱਦਾਂ ਬਾਬਾ ਸਾਹਿਬ ਨੇ ਕਿਹਾ ਬਈ ਜਿਹੜੀ ਵਿੱਦਿਆ ਹੈ ਨਾ ਉਹ ਇੱਕ ਸ਼ੇਰਨੀ ਦਾ ਦੁੱਧ ਹੈ, ਜਿਹੜਾ ਉਹ ਪੀਊਗਾ ਨਾ ਤਾਂ ਉਹ ਦਹਾੜੂਗਾ ਹੀ ਦਹਾੜੂਗਾ। ਜਿੱਦਾਂ ਸ਼ੇਰ ਰਾਜ ਕਰਦਾ ਹੈਗਾ ਨਾ, ਉਹ ਫਿਰ ਇੱਥੇ ਜੇ ਵਿੱਦਿਆ ਪ੍ਰਾਪਤ ਕਰੇਗਾ ਤਾਂ ਐਡਮਿਨਿਸਟ੍ਰੇਟਰ ਬਣੇਗਾ। ਤੇ ਇਸ ਕਰਕੇ ਸਾਨੂੰ ਆਪਣੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਸਿੱਖਿਆ ਦਿਵਾਉਣੀ ਚਾਹੀਦੀ ਹੈਗੀ ਹੈ, ਕਿਉਂਕਿ ਸਿੱਖਿਆ ਇੱਕ ਇਹੋ ਜਿਹਾ ਉਪਲਬਧੀ ਆ ਮਨੁੱਖ ਦੀ ਜਿਹਦੇ ਨਾਲ ਸੁਖੀ ਤੇ ਸਨਮਾਨਜਨਕ ਜੀਵਨ ਜੀਆ ਜਾ ਸਕਦਾ ਹੈ। ਔਰ ਐਸੇ ਹੀ ਸੰਸਾਰ ਵਿੱਚ, ਐਸੇ ਹੀ ਧਰਤੀ ਤੇ, ਐਸੇ ਜੀਵਨ 'ਚ ਦੁੱਖਾਂ ਤੋਂ ਨਿਜਾਤ ਪਾਈ ਜਾ ਸਕਦੀ ਹੈਗੀ ਆ, ਜਿਹਨੂੰ ਆਮ ਲੋਕ ਮੁਕਤੀ ਕਹਿੰਦੇ ਹੈਗੇ ਆ। ਮਨੁੱਖ ਜਾਣੀ ਜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਜਾਂ ਗੁਰੂ ਰਵਿਦਾਸ ਜੀ ਦੇ ਜਿਹੜਾ ਬੇਗਮਪੁਰਾ ਸਿਧਾਂਤ ਨੂੰ ਸਮਝ ਲਵੇ, ਇਹ ਦੋ ਗੱਲਾਂ ਨੂੰ ਹੀ ਜੇ ਸਮਝ ਲਵੇ ਨਾ ਮਨੁੱਖ, ਤਾਂ ਉਹ ਐਸੇ ਸੰਸਾਰ 'ਚ, ਐਸੇ ਧਰਤੀ ਤੇ, ਐਸੇ ਜੀਵਨ 'ਚ ਜਿਹੜਾ ਹੈ ਉਹ ਮੁਕਤੀ ਪ੍ਰਾਪਤ ਕਰ ਸਕਦਾ ਹੈ। ਬਿਲਕੁਲ ਜੀ, ਮੁਕਤੀ ਪ੍ਰਾਪਤ ਕਰ ਸਕਦਾ। ਬਸ ਇਹ ਹੈ ਕਿ ਸਮਝਣ ਦੀ ਲੋੜ ਹੈ। ਤੇ ਆਉਣ ਵਾਲੇ ਸਮੇਂ 'ਚ ਇਸੇ ਤਰੀਕੇ ਦੇ ਨਾਲ ਬਿਰਦੀ ਸਾਹਿਬ ਹੋਣਾ ਨੂੰ ਤੁਹਾਡੇ ਰੂਬਰੂ ਕਰਦਾ ਰਹਾਂ। ਬਹੁਤ ਸਾਰੀਆਂ ਸਮਾਜ ਦੀਆਂ ਜਿਹੜੀਆਂ ਗੱਲਾਂ, ਚਿੰਤਾਵਾਂ ਨੇ ਜਿਹੜੀਆਂ ਉੱਤੇ ਚਿੰਤਾ ਕਰਨ ਦਾ ਸਮਾਂ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਮਿਸ਼ਨ ਕੀ ਸੀ, ਕਿੱਥੇ ਖੜਾ, ਕਿੱਥੇ ਲੈ ਕੇ ਜਾਣਾ ਚਾਹੀਦਾ, ਆਉਣ ਵਾਲੇ ਸਮੇਂ 'ਚ ਗੱਲ ਕਰਾਂਗੇ। ਬਾਬਾ ਸਾਹਿਬ ਦਾ ਅੰਬੇਡਕਰਵਾਦ ਕੀ ਹੈ, ਕਿੱਥੇ ਅਸੀਂ ਖੜੇ ਹਾਂ, ਕਿੱਧਰ ਨੂੰ ਤੁਰਨਾ ਚਾਹੀਦਾ, ਕੀ ਸਾਡੀ ਮੰਜ਼ਿਲ ਹੈਗੀ ਆ, ਇਹਦੇ ਤੇ ਵੀ ਚਰਚਾ ਕਰਾਂਗੇ ਇਹ ਆਉਣ ਵਾਲੇ ਸਮੇਂ ਦੇ ਵਿੱਚ। ਤੇ ਤਦ ਤੱਕ ਲਈ ਤੁਸੀਂ ਦਿਓ ਇਜਾਜ਼ਤ। ਬਿਰਦੀ ਸਾਹਿਬ, ਬਹੁਤ ਧੰਨਵਾਦ ਜੀ ਤੁਹਾਡਾ। ਜੈ ਭੀਮ। ਜੈ ਭੀਮ, ਜੈ ਭੀਮ, ਜੈ ਭਾਰਤ। ਤੁਸੀਂ ਦੇਖਦੇ ਰਹੋ ਕਾਂਚੀ ਟੀਵੀ। ਬਹੁਤ ਬਹੁਤ ਧੰਨਵਾਦ।